ਕਰਦੇ ਨਿਤਨੇਮੀ ਪ੍ਰੇਮੀ ਨੇ, ਜਿਨ੍ਹਾਂ ਤੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ। ਸੋ ਆਓ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਕੋਟ ਬਿਗਨ ਹਿਰੇਖਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਏ। ਸਤਿਗੁਰੂ ਕਹਿੰਦੇ ਕਰੋੜਾਂ ਬਿਗਨਾਂ ਦਾ ਨਾਸ਼ ਹੋ ਜਾਂਦਾ ਏ ਜਿਹੜੇ ਗੁਰੂ ਕੀ ਕਥਾ, ਗੁਰੂ ਦਾ ਸ਼ਬਦ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਨੇ। ਸੋ ਆਓ ਸਰਵਣ ਕਰੀਏ ਭਾਈ ਗੁਰਸੇਵਕ ਸਿੰਘ ਜੀ ਵਿਧੀ ਚੰਦੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ, ਹਿਰਦੇ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬੇਗਨਨ ਕੇ ਨਾਸਕ, ਬੇਗਨਨ ਕੇ ਨਾਸਕ, ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ, ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਣ ਕੇ ਸਭਾ ਧਰੀ ਔਰ ਸ਼ਰਧਾ, ਧੰਨ ਧੰਨ ਸਤਿਗੁਰ ਹਰਿ ਰਾਈ, ਜੇਕਰ ਅਰਪੈ ਅਲਪ ਭਾਉ ਜੁਤ, ਤਿਸ ਕੋ ਦੇਤ ਸਮਰਿੱਧ ਬਨਾਏ। ਸੁਣ ਕੇ ਸਭਾ ਧਰੀ ਔਰ ਸਰਦਾ, ਧੰਨ ਧੰਨ ਸਤਿਗੁਰ ਹਰਿ ਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ, ਚਵਰ ਛਤਰ ਸਿੰਘਾਸਣ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਤਿਨਾਂ ਦੀ ਪਾਵਨ ਹਾਜ਼ਰੀ ਵਿੱਚ ਸੱਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਰਬੱਤ ਸੰਗਤ ਜੀਓ। ਆਪ ਸਰਬੱਤ ਸੰਗਤ ਭਲੀ ਪ੍ਰਕਾਰ ਦੇ ਨਾਲ ਗਿਆਤ ਰੱਖਦੇ ਹੋ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਹਰ ਰੋਜ਼ ਦੀ ਤਰ੍ਹਾਂ ਨੇਮ ਦੇ ਨਾਲ ਸਤਿਗੁਰਾਂ ਦੇ ਦੀਵਾਨ ਸਜਾਏ ਜਾਂਦੇ। ਸੋ ਆਪ ਸਰਬੱਤ ਸੰਗਤ ਰਾਗੀ ਸਿੰਘਾਂ ਦੇ ਪਾਸੋਂ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਰੱਬੀ ਕੀਰਤਨ ਸੁਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਸੋ ਹੁਣ ਕੋਈ ਕੁ ਸਮਾਂ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਆਰੰਭ ਹੋ ਰਹੀ ਹੈ। ਪਿਛੇ ਆਪ ਜੀ ਨੇ ਸਰਵਣ ਕੀਤਾ ਹੈ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੈ। ਬੜੇ ਦੂਰ ਤੋਂ ਦੇਸ਼ਾਂ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚੋਂ ਦੂਰ ਦੇਸ਼ਾਂ ਦੇ ਵਿੱਚੋਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਪਹੁੰਚਦੀਆਂ। ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਬੜਾ ਭਾਰੀ ਲਾਹਾ ਪ੍ਰਾਪਤ ਹੁੰਦਾ ਹੈ। ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀਵਾਨ ਸਜਾ ਕਰਕੇ ਸੱਜੇ ਹੋਏ ਸਨ, ਬੈਠੇ ਹੋਏ ਸਨ। ਸਤਿਗੁਰਾਂ ਦੀ ਹਾਜ਼ਰੀ ਵਿੱਚ ਬੜੀ ਭਾਰੀ ਗਿਣਤੀ ਵਿੱਚ ਸੰਗਤਾਂ ਸੱਜੀਆਂ ਹੋਈਆਂ ਸਨ। ਬਚਨ ਬਲਾਸ ਹੋ ਰਹੇ ਸੀ, ਗੁਰੂ ਦੀਆਂ ਕਥਾ ਕਹਾਣੀਆਂ ਹੋ ਰਹੀਆਂ ਸਨ। ਇੱਕ ਸਿੱਖ ਨੇ ਮੌਕਾ ਵੇਖ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਮੇਰੀ ਇੱਕ ਬੇਨਤੀ ਹੈ। ਸਤਿਗੁਰਾਂ ਨੇ ਕਿਹਾ ਕਿ ਭਾਈ ਸਿੱਖਾ ਦੱਸ। ਉਹ ਕਹਿਣ ਲੱਗਾ ਮਹਾਰਾਜ ਕੋਈ ਸਿੱਖ ਆਪ ਜੀ ਦੀ ਸੇਵਾ ਕਰਨੀ ਚਾਹਵੇ, ਆਪ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਚਾਹਵੇ ਸੇਵਾ ਕਰਕੇ, ਤੇ ਪਰ ਘਰ ਦੇ ਵਿੱਚ ਗਰੀਬੀ ਹੋਵੇ ਬਹੁਤ ਜ਼ਿਆਦੀ, ਇੰਨੀ ਗਰੀਬੀ ਹੋਵੇ ਕਿ ਇੱਕ ਟਾਈਮ ਤੇ ਪ੍ਰਸ਼ਾਦਾ ਪਾਣੀ ਮਿਲੇ, ਦੂਸਰੇ ਟਾਈਮ ਦਾ ਸੰਸਾ ਬਣਿਆ ਰਵੇ, ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਵੀ ਜੋ ਮਾਇਆ ਹੈ, ਜੋ ਧਨ ਪਦਾਰਥ ਹੈ ਹੱਥ ਦੇ ਵਿੱਚ ਨਾ ਆਉਣ, ਤੇ ਉਹ ਕਿਸ ਤਰ੍ਹਾਂ ਆਪ ਜੀ ਦੀ ਸੇਵਾ ਕਰੇ, ਕਿਸ ਤਰ੍ਹਾਂ ਆਪ ਜੀ ਦੀ ਖੁਸ਼ੀ ਪ੍ਰਾਪਤ ਕਰੇ, ਕਿਸ ਤਰ੍ਹਾਂ ਉਸ ਦੀ ਗਰੀਬੀ ਜੋ ਹੈ ਦੂਰ ਹੋ ਸਕਦੀ ਹੈ। ਸਤਿਗੁਰੂ ਜੀ ਕਹਿਣ ਲੱਗੇ ਭਈ ਗੁਰੂ ਘਰ ਦੀ ਸੇਵਾ ਜਦੋਂ ਕਰਨੀ ਹੈ ਤੇ ਪ੍ਰੇਮ ਬੜਾ ਜ਼ਰੂਰੀ ਹੈ, ਪ੍ਰੇਮ ਦੇ ਨਾਲ ਸੇਵਾ ਕਰਨੀ ਚਾਹੀਦੀ ਹੈ, ਬਾਕੀ ਬਹੁਤੇ ਜਾਂ ਥੋੜੇ ਦੀ ਕੋਈ ਗੱਲ ਨਹੀਂ ਹੈ। ਤੇ ਜਿਹੜਾ ਸਿੱਖ ਇਹ ਚਾਹੁੰਦਾ ਹੈ ਕਿ ਮੇਰੇ ਘਰ ਦੇ ਵਿੱਚੋਂ ਦਲਿੱਦਰ ਦੂਰ ਹੋ ਜਾਵੇ, ਗਰੀਬੀ ਦੂਰ ਹੋ ਜਾਵੇ, ਤੇ ਉਹ ਭਾਈ ਗੁਰੂ ਕੇ ਸਿੱਖਾਂ ਦੀ ਸੇਵਾ ਕਰੇ, ਗੁਰੂ ਕੇ ਲੰਗਰ ਵਿੱਚ ਆਪਣੇ ਘਰ ਦੇ ਵਿੱਚੋਂ ਲਿਆ ਕਰਕੇ ਜ਼ਰੂਰ ਹੀ ਕੋਈ ਨਾ ਕੋਈ ਅੰਸ਼ ਜਿਹੜੀ ਆ ਪਾਉਣਾ ਕਰੇ। ਗੁਰੂ ਕੇ ਲੰਗਰ ਦੇ ਵਿੱਚ ਅੰਸ਼ ਪਾ ਕਰਕੇ ਜਦੋਂ ਗੁਰੂ ਕੇ ਸਿੱਖਾਂ ਦੀ ਸੇਵਾ ਕਰੇਗਾ, ਸੰਗਤਾਂ ਅਰਦਾਸ ਕਰਦੀਆਂ ਮਹਾਰਾਜ ਆਪ ਕਿਰਪਾ ਕਰੋ, ਜਿਨ੍ਹਾਂ ਭੰਡਾਰਿਆਂ ਦੇ ਵਿੱਚੋਂ ਰਸਤਾ ਆਈਆਂ ਸੋ ਭੰਡਾਰੇ ਪਰਿਪੂਰਨ ਕਰ ਦਿਓ। ਅਰਦਾਸ ਸੰਗਤਾਂ ਦੀ ਪ੍ਰਵਾਨ ਹੋ ਜਾਂਦੀ ਹੈ, ਸਿੱਖਾਂ ਦੀ ਪ੍ਰਵਾਨ ਹੋ ਜਾਂਦੀ ਹੈ। ਇਸ ਤਰ੍ਹਾਂ ਕਰਕੇ ਗਰੀਬੀ ਦੂਰ ਹੋ ਜਾਵੇਗੀ। ਸਤਿਗੁਰੂ ਜੀ ਕਹਿਣ ਲੱਗੇ ਇਸ ਦੇ ਉੱਤੇ ਤੁਹਾਨੂੰ ਇੱਕ ਅਸੀਂ ਕਹਾਣੀ ਸੁਣਾਉਣੇ ਆ, ਵਾਰਤਾ ਸੁਣਾਉਣੇ। ਇੱਕ ਸਿੱਖ ਸੀ, ਉਸ ਦੇ ਘਰ ਦੇ ਵਿੱਚ ਬੜੀ ਗਰੀਬੀ ਸੀ, ਪਰ ਉਸ ਦੀ ਛਪੜੀ ਦੇ ਵਿੱਚ ਜੋ ਉਹਨੇ ਛੱਪਰ ਪਾ ਕਰਕੇ ਰਹਿ ਰਿਹਾ ਸੀ, ਉਸ ਦੇ ਵਿੱਚ ਇੱਕ ਪੰਛੀਆਂ ਦਾ ਜੋੜਾ ਰਹਿੰਦਾ ਸੀ, ਚਿੜੀ ਤੇ ਚੜਾ ਰਹਿੰਦੇ ਸਨ, ਜੋ ਕਿ ਪਿਛਲੇ ਜਨਮ ਦੇ ਵਿੱਚ ਸਿੱਖ ਤੇ ਸਿੱਖਣੀ ਸਨ। ਕੋਈ ਐਸਾ ਕਰਮ ਹੋ ਗਿਆ ਜਿਸ ਕਰਕੇ ਉਹਨਾਂ ਨੂੰ ਪੰਛੀਆਂ ਦੀ ਜੂਨ ਧਾਰਨ ਕਰਨੀ ਪਈ, ਚਿੜੇ ਤੇ ਚਿੜੀ ਦਾ ਸਰੀਰ ਪ੍ਰਾਪਤ ਹੋਇਆ। ਪਰ ਸਤਿਗੁਰੂ ਜੀ ਕਹਿੰਦੇ ਹੈ ਸਨ ਉਹ ਗਿਆਨ ਦੇ ਸਹਿਤ। ਜਦੋਂ ਉਹਨਾਂ ਨੇ ਵੇਖਿਆ ਕਿ ਜਿਸ ਘਰ ਦੇ ਵਿੱਚ ਅਸੀਂ ਰਹਿ ਰਹੇ ਹਾਂ, ਇਸ ਪਰਿਵਾਰ ਨੂੰ ਬੜਾ ਭਾਰੀ ਗਰੀਬੀ ਨੇ ਗਰਸਿਆ ਹੋਇਆ ਹੈ, ਇਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ, ਗਰੀਬੀ ਦੂਰ ਕਰ ਦੇਣੀ ਚਾਹੀਦੀ ਹੈ। ਗੁਰੂ ਸਾਹਿਬ ਕਹਿੰਦੇ ਉਹਨਾਂ ਨੇ ਫਿਰ ਇਸ ਤਰ੍ਹਾਂ ਕੀਤਾ। ਉਹ ਫਿਰ ਉਸ ਦੇ ਘਰ ਦੇ ਵਿੱਚੋਂ ਕੁਝ ਦਾਣੇ ਲੈ ਕਰਕੇ, ਕਣਕ ਦੇ ਦਾਣੇ, ਚੌਲਾਂ ਦੇ ਦਾਣੇ, ਦਾਲ, ਜੋ ਵੀ ਉਹਨਾਂ ਦੇ ਘਰ ਦੇ ਵਿੱਚ ਉਹ ਰਾਸ਼ਨ ਲਿਆ ਕਰਕੇ
ਵਿਹੜੇ ਵਿੱਚ ਖਲਾਰਦੇ ਸੁੱਕਣੇ ਪਾਉਣ ਦੇ ਵਾਸਤੇ ਉੱਥੋਂ ਕੁਝ ਨਾ ਕੁਝ ਦਾਣੇ ਚੁੱਕ ਕਰਕੇ ਤੇ ਉਹ ਗੁਰੂ ਕੇ ਲੰਗਰ ਵਿੱਚ ਉਹਨਾਂ ਨੇ ਪਾਉਣੇ ਸ਼ੁਰੂ ਕਰ ਦਿੱਤੇ। ਜਦੋਂ ਗੁਰੂ ਕੇ ਲੰਗਰ ਵਿੱਚ ਉਹਨਾਂ ਦੇ ਘਰ ਦੇ ਵਿੱਚੋਂ ਹਿੱਸਾ ਪਿਆ, ਕੁਝ ਦਾਣੇ ਪਏ ਤੇ ਜੋ ਪਰਿਵਾਰ ਸੀ ਉਹਨਾਂ ਦੀ ਕਮਾਈ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ। ਸਤਿਗੁਰਾਂ ਦੀ ਕਿਰਪਾ ਹੋਈ। ਜਦੋਂ ਮਾਇਆ ਧਨ ਦੌਲਤ ਦੀ ਪ੍ਰਾਪਤੀ ਹੋਈ, ਉਹਨਾਂ ਨੇ ਫਿਰ ਆਪਣੀ ਜੋ ਛਪਰੀ ਸੀ, ਛੰਦ ਸੀ, ਉਹਨੂੰ ਢਾਹ ਕਰਕੇ ਉੱਥੇ ਸੁੰਦਰ ਜਿਹੜੇ ਸੀ ਮਕਾਨ ਪਾ ਲੈਣਾ ਕੀਤੇ। ਜਦੋਂ ਮਕਾਨ ਪਾ ਲੈਣਾ ਕੀਤੇ ਤੇ ਚਿੜੀ ਤੇ ਚਿੜੇ ਦਾ ਆਲਣਾ ਜਿਹੜਾ ਸੀ ਉਹ ਵੀ ਢਹਿ ਗਿਆ। ਉਹਨਾਂ ਨੇ ਉੱਥੋਂ ਫਿਰ ਰੁੱਖ ਦੇ ਉੱਤੇ ਜਾ ਕਰਕੇ ਕਿਤੇ ਆਲਣਾ ਪਾ ਕਰਕੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਸਿੱਖ ਜਿਹੜਾ ਸੀ ਉਹ ਘਰ ਦੇ ਵਿੱਚ ਰਹਿਣ ਲੱਗਾ। ਤੇ ਲੰਗਰ ਵਿੱਚ ਜੋ ਚਿੜੀ ਤੇ ਚਿੜਾ ਹਿੱਸਾ ਪਾਉਂਦੇ ਸਨ ਉਹ ਹਿੱਸਾ ਪੈਣਾ ਬੰਦ ਹੋ ਗਿਆ। ਜਦੋਂ ਬੰਦ ਹੋ ਗਿਆ ਤੇ ਘਰ ਦੀ ਜਿਹੜੀ ਬਰਕਤ ਸੀ ਫੇਰ ਉੱਡਣੀ ਸ਼ੁਰੂ ਹੋ ਗਈ, ਘਟਣੀ ਸ਼ੁਰੂ ਹੋ ਗਈ। ਕਰਦਿਆਂ ਕਰਦਿਆਂ ਸਿੱਖ ਦੇ ਉੱਤੇ ਫੇਰ ਬੜੀ ਭਾਰੀ ਗਰੀਬੀ ਗੁਰੂ ਸਾਹਿਬ ਕਹਿੰਦੇ ਆ ਗਈ। ਜਦੋਂ ਫੇਰ ਸਿੱਖ ਨੂੰ ਆ ਕਰਕੇ ਗਰੀਬੀ ਨੇ ਗਰਸਿਆ, ਉਹ ਸਤਿਗੁਰੂ ਜੀ ਕਹਿੰਦੇ ਫਿਰ ਸਾਡੇ ਕੋਲ ਆਇਆ ਚੱਲ ਕਰਕੇ, ਰੋ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰੋ, ਆਪ ਜੀ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ। ਸਤਿਗੁਰੂ ਜੀ ਕਹਿਣ ਲੱਗੇ ਅਸੀਂ ਉਸ ਨੂੰ ਦੱਸਿਆ ਭਈ ਅੱਗੇ ਤੇਰੇ ਘਰ ਦੇ ਵਿੱਚੋਂ ਲੰਗਰ ਵਾਸਤੇ ਕੋਈ ਅੰਸ ਪਹੁੰਚਦੀ ਸੀ, ਦਾਣੇ ਪਹੁੰਚਦੇ ਸਨ, ਰਸਤ ਪਹੁੰਚਦੀ ਸੀ, ਉਹ ਹੁਣ ਬੰਦ ਹੋ ਗਈ ਆ। ਬੰਦ ਹੋਣ ਦੇ ਨਾਲ ਤੇਰੇ ਘਰ ਦੇ ਕਮਾਈ ਦੇ ਵਿੱਚ ਬਰਕਤ ਨਹੀਂ ਰਹਿ ਗਈ, ਇਸ ਕਰਕੇ ਤੈਨੂੰ ਫੇਰ ਗਰੀਬੀ ਨੇ ਗਰਸ ਲਿਆ ਹੈ। ਜੇ ਸਿੱਖਾ ਤੂੰ ਗਰੀਬੀ ਦੂਰ ਕਰਨੀ ਚਾਹੁੰਦਾ ਹੈ ਤੇ ਫੇਰ ਗੁਰੂ ਕੀਆਂ ਸੰਗਤਾਂ ਦੀ, ਗੁਰੂ ਕੇ ਸਿੱਖਾਂ ਦੀ ਸੇਵਾ ਕਰਿਆ ਕਰ, ਤੇਰੀ ਗਰੀਬੀ ਦੂਰ ਹੋ ਜਾਵੇਗੀ। ਸਤਿਗੁਰੂ ਜੀ ਨੇ ਕਹਿਣ ਲੱਗੇ, ਸਾਰੀ ਸੰਗਤਾਂ ਦੇ ਪ੍ਰਤੀ ਸਤਿਗੁਰਾਂ ਨੇ ਕਿਹਾ ਵੀ ਜਿਹੜਾ ਵੀ ਇਹ ਗੱਲ ਚਾਹੁੰਦਾ ਹੈ ਕਿ ਮੇਰੇ ਘਰ ਦੇ ਵਿੱਚੋਂ ਦੁੱਖਾਂ ਦੀ ਨਿਵਰਤੀ ਹੋ ਜਾਵੇ, ਗਰੀਬੀ ਦੂਰ ਹੋ ਜਾਵੇ, ਉਹ ਗੁਰੂ ਕੇ ਲੰਗਰ ਵਿੱਚ ਲਿਆ ਕਰਕੇ ਜ਼ਰੂਰ ਹਿੱਸਾ ਪਾਇਆ ਕਰੋ, ਗੁਰੂ ਕੇ ਸਿੱਖਾਂ ਦੀ ਸੇਵਾ ਕਰਿਆ ਕਰੋ, ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਿਆ ਕਰੋ, ਤਾਂ ਗੁਰੂ ਕੀ ਖੁਸ਼ੀ ਪ੍ਰਾਪਤ ਹੋਵੇਗੀ। ਕਿਉਂ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਗੁਰਸਿੱਖ ਸਾਡੇ ਨਿਮਿਤ ਕਿਸੇ ਦਾ ਰਾਸ਼ਨ ਪਾਣੀ ਭੋਜਨ ਸਕਦੇ ਨੇ, ਉਹ ਸਾਡੇ ਤੱਕ ਪਹੁੰਚ ਜਾਂਦਾ ਹੈ। ਅਸੀਂ ਅੰਗ ਸੰਗ ਹੋ ਕਰਕੇ ਸਹਾਇਤਾ ਕਰਦੇ ਹਾਂ, ਅਸੀਂ ਫਿਰ ਉਹਨਾਂ ਸਿੱਖਾਂ ਦੀ ਗਰੀਬੀ ਦੂਰ ਕਰ ਦਿੰਦੇ ਹਾਂ, ਉਹਨਾਂ ਨੂੰ ਨੌ ਨਿਧੀਆਂ ਦੇ ਖਜ਼ਾਨੇ ਬਖਸ਼ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਬਹੁਤੇ ਜਾਂ ਥੋੜੇ ਦੀ ਗੱਲ ਨਹੀਂ ਹੈ, ਬਹੁਤਾ ਕੋਲਿਆ ਤੇ ਬਹੁਤਾ ਦੇ ਦੇਵੇ, ਤੇ ਜੇ ਥੋੜਾ ਕੋਲਿਆ ਥੋੜਾ ਦੇ ਦੇਵੇ। ਇਹ ਜ਼ਰੂਰੀ ਨਹੀਂ ਕਿ ਸਾਰੀ ਦੁਨੀਆ ਨੂੰ ਵੰਗਾਰ ਕਰਕੇ ਦੇ ਰਾਸ਼ਨ ਪਾਣੀ ਛਕਾਉਣਾ, ਜੱਗ ਕਰਨਾ, ਨਹੀਂ। ਜਿੰਨੀ ਕੁ ਸਮਰੱਥ ਹੈ ਉਸ ਦੇ ਅਨੁਸਾਰ ਹੀ ਸੇਵਾ ਕਰੇ, ਪਰ ਸੇਵਾ ਕਰੇ ਜ਼ਰੂਰ। ਤੇ ਸੇਵਾ ਕਰਨ ਦੇ ਨਾਲ ਸਤਿਗੁਰੂ ਜੀ ਕਹਿੰਦੇ ਹੰਕਾਰ ਨਹੀਂ ਕਦੀ ਵਾਸਤੇ ਧਾਰਨ ਕਰਨਾ ਕਿ ਮੈਂ ਸੇਵਾ ਕਰ ਰਿਹਾ। ਜਦੋਂ ਹੰਕਾਰ ਮਨ ਦੇ ਵਿੱਚ ਆ ਗਿਆ, ਸੇਵਾ ਵਿਅਰਥ ਚਲੇ ਜਾਂਦੀ ਹੈ। ਸੇਵਾ ਕਰਨ ਦੇ ਨਾਲ ਸ਼ਰਧਾ ਹੋਣੀ ਚਾਹੀਦੀ ਹੈ, ਪ੍ਰੇਮ ਹੋਣਾ ਚਾਹੀਦਾ ਹੈ। ਲੰਗਰ ਦੀ ਸੇਵਾ ਕੀਤੀ ਹੋਈ, ਸਿੱਖਾਂ ਦੀ ਸੇਵਾ ਕੀਤੀ ਹੋਈ ਤਾਂ ਪ੍ਰਵਾਨ ਹੈ। ਹੁਣੇ ਭਾਈ ਸੇਵਾ ਦਾ ਕਿਤੇ ਮੌਕਾ ਮਿਲ ਜਾਵੇ ਤੇ ਸ਼ਰਧਾ ਧਾਰਨ ਕਰਕੇ, ਪ੍ਰੇਮ ਧਾਰਨ ਕਰਕੇ ਗੁਰੂ ਕੇ ਸਿੱਖਾਂ ਦੇ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਚਾਹੀਦਾ। ਆਮ ਹੀ ਲੰਗਰਾਂ ਦੇ ਵਿੱਚ ਵੇਖਿਆ ਬੀਬੀਆਂ ਜਦੋਂ ਸੇਵਾ ਕਰਦੀਆਂ ਤੇ ਉਹ ਆਟਾ ਮਕਾਉਣ ਦੀ ਗੱਲ ਕਰਦੀਆਂ, ਸੇਵਾ ਪ੍ਰੇਮ ਦੇ ਨਾਲ ਨਹੀਂ ਕਰਦੀਆਂ। ਮੈਂ ਵੇਖਿਆ ਕਈ ਵਾਰ ਆਮ ਹੀ ਲੰਗਰਾਂ ਦੇ ਵਿੱਚ, ਇੰਡੀਆ ਦੇ ਵਿੱਚ ਵੀ, ਕਿ ਉਹ ਰੋਟੀਆਂ ਵੱਧ ਪਕਾਈ ਜਾਂਦੀਆਂ, ਮੋਟੀਆਂ ਮੋਟੀਆਂ ਰੋਟੀਆਂ, ਇਹੋ ਜਿਹੀਆਂ ਰੋਟੀਆਂ ਤੇ ਗੁਰੂ ਕੇ ਸਿੱਖਾਂ ਨੇ ਤੇ ਕਿੱਥੋਂ ਖਾਣੀਆਂ। ਮੈਂ ਤੇ ਕਹਿੰਦਾ ਕਿਸੇ ਪਸ਼ੂ ਨੂੰ ਚਾਰ ਦਿੱਤੀਆਂ ਜਾਣ ਤੇ ਉਹ ਵੀ ਬਿਮਾਰ ਹੋ ਜਾਵੇ। ਇਸ ਕਰਕੇ ਗੁਰੂ ਕੀ ਸੰਗਤ ਦੇ ਵਿੱਚ ਸਤਿਗੁਰੂ ਜੀ ਆਪ ਵਰਤਦੇ ਆ। ਗੁਰੂ ਕੀ ਸੰਗਤ ਦੀ ਸੇਵਾ ਜਿਹੜੀ ਹੈ ਪ੍ਰੇਮ ਦੇ ਨਾਲ ਕਰਨੀ ਚਾਹੀਦੀ ਹੈ, ਰੀਝ ਦੇ ਨਾਲ ਕਰਨੀ ਚਾਹੀਦੀ ਹੈ। ਤੇ ਗੁਰੂ ਸਾਹਿਬ ਜੀ ਦੇ ਵਾਸਤੇ ਅਸੀਂ ਪ੍ਰਸ਼ਾਦੇ ਪਾਣੀ ਤਿਆਰ ਕਰ ਰਹੇ ਹਾਂ। ਪ੍ਰੇਮ ਨਾਲ ਕੀਤੀ ਹੋਈ ਸੇਵਾ ਗੁਰੂ ਘਰ ਦੇ ਵਿੱਚ ਮਨਜ਼ੂਰ ਹੈ। ਜੇ ਭਾਂਡੇ ਮਾਂਜਣ ਦੀ ਸੇਵਾ ਤੇ ਉਹ ਵੀ ਧਿਆਨ ਦੇ ਨਾਲ ਕਰਨੀ ਚਾਹੀਦੀ ਹੈ, ਝੂਠ ਨਹੀਂ ਲੱਗੀ ਰਹਿਣ ਦੇਣੀ ਚਾਹੀਦੀ। ਪ੍ਰੇਮ ਦੇ ਨਾਲ ਭਾਂਡੇ ਘੱਟ ਮਾਂਜੇ ਜਾਣਗੇ, ਪ੍ਰਸ਼ਾਦੇ ਘੱਟ ਪੱਕ ਜਾਣਗੇ, ਪਰ ਗੁਰੂ ਕੀਆਂ ਸੰਗਤਾਂ ਦੀ ਗੁਰੂ ਕੀ ਖੁਸ਼ੀ ਤਾਂ ਪ੍ਰਾਪਤ ਹੋਵੇਗੀ ਨਾ। ਜੇ ਗੁਰੂ ਕੀ ਖੁਸ਼ੀ ਪ੍ਰਾਪਤ ਨਾ ਹੋਈ, ਗੁਰੂ ਕੀਆਂ ਸੰਗਤਾਂ ਦੀ ਖੁਸ਼ੀ ਪ੍ਰਾਪਤ ਨਾ ਹੋਈ ਤੇ ਸੇਵਾ ਕਰਨ ਦਾ ਕੋਈ ਬਹੁਤਾ ਲਾਭ ਨਹੀਂ ਪ੍ਰਾਪਤ ਹੋਵੇਗਾ। ਸੇਵਾ ਪ੍ਰੇਮ ਦੇ ਨਾਲ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਵੀ ਕਹਿੰਦੇ ਜਿਹੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ, ਜਿਹੜੇ ਸ਼ਰਧਾ ਦੇ ਨਾਲ ਸੇਵਾ ਕਰਦੇ ਨੇ, ਉਹ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਮਨਜ਼ੂਰ ਹੋ ਜਾਂਦੀ ਹੈ। ਸਤਿਗੁਰਾਂ ਦੇ ਗੁਰਬਾਣੀ ਵਿੱਚ ਹੀ ਬਚਨ ਹੈ ਨਾ,
ਕਿ ਸਤਿਗੁਰ ਕੀ ਸੇਵਾ ਸਫਲ ਹੈ ਜਾਂ ਸਤਿਗੁਰ ਕਾ ਮਨ ਮੰਨੇ। ਜੇ ਸਤਿਗੁਰਾਂ ਦਾ ਮਨ ਮੰਨ ਜਾਵੇ ਤਾਂ ਸੇਵਾ ਕੀਤੀ ਹੋਈ ਸਫਲੀ ਹੈ। ਇਸ ਤਰ੍ਹਾਂ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ ਨੇ ਕਿਹਾ ਕਿ ਸੇਵਾ ਦੀ ਪ੍ਰਾਪਤੀ ਵੀ ਉਹਨੂੰ ਹੁੰਦੀ ਹੈ ਜਿਸ ਦੇ ਬੜੇ ਵੱਡੇ ਚੰਗੇ ਭਾਗ ਹੋਣ। ਥੋੜੇ ਭਾਗਾਂ ਦੇ ਨਾਲ ਸੇਵਾ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹਦੇ ਬਹੁਤ ਹੀ ਚੰਗੇ ਭਾਗ ਹੋਣ ਉਹਨੂੰ ਸਤ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਇਸ ਤਰ੍ਹਾਂ ਸ੍ਰੀ ਗੁਰੂ ਹਰਿ ਸਾਹਿਬ ਜੀ ਨੇ ਕੱਲ ਦੇ ਅਧਿਆਇ ਦੇ ਵਿੱਚ ਜੋ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ, ਆਪ ਸਰਬੱਤ ਸੰਗਤਾਂ ਨੇ ਇੱਥੋਂ ਤੱਕ ਕਥਾ ਸਰਵਣ ਕੀਤੀ ਸੀ। ਇਸ ਤੋਂ ਅੱਗੇ ਜੋ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਆਰੰਭ ਹੋ ਰਹੀ ਹੈ, ਆਪ ਸਰਬੱਤ ਸੰਗਤ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਸਰਵਣ ਕਰੀਏ। ਗੱਜ ਕਰਕੇ ਬੋਲੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਣ ਕੇ ਸਭਾ ਧਰੀ ਔਰ ਸ਼ਰਧਾ, ਧੰਨ ਧੰਨ ਸਤਿਗੁਰ ਹਰਿ ਰਾਏ। ਇਹ ਸਤਿਗੁਰਾਂ ਦੇ ਕੋਲੋਂ ਬਚਨ ਸੁਣ ਕਰਕੇ ਸਾਰੀਆਂ ਸੰਗਤਾਂ ਨੇ, ਜਦੋਂ ਸਤਿਗੁਰਾਂ ਨੇ ਦੱਸਿਆ ਕਿ ਸੇਵਾ ਪ੍ਰੇਮ ਦੇ ਨਾਲ ਕਰਨੀ ਚਾਹੀਦੀ ਹੈ, ਪ੍ਰੇਮ ਦੇ ਨਾਲ ਕੀਤੀ ਹੋਈ ਸੇਵਾ ਜਿਹੜੀ ਹੈ ਉਹ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਤੇ ਜੇ ਸੇਵਾ ਕਰਦਿਆਂ ਡੰਨ ਪੂਰਾ ਕਰ ਲਿਆ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਬੱਧਾ ਚੱਟੀ ਭਰ ਰਿਹਾ ਤੇ ਉਹ ਸੇਵਾ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ। ਇਹ ਗੱਲ ਸੁਣ ਕੇ ਸਾਰਿਆਂ ਦੇ ਮਨ ਵਿੱਚ ਬੜੀ ਭਾਰੀ ਸ਼ਰਧਾ ਆਈ ਗੁਰੂ ਕੇ ਲੰਗਰ ਪ੍ਰਤੀ, ਗੁਰੂ ਦੀਆਂ ਸੰਗਤਾਂ ਦੇ ਪ੍ਰਤੀ। ਸਾਰੇ ਸੁਣ ਕਰਕੇ ਤੇ ਦੋਵੇਂ ਹੱਥ ਜੋੜ ਕਰਕੇ ਤੇ ਸਿਰ ਨਵਾ ਕਰਕੇ ਕਹਿਣ ਲੱਗੇ, ਧੰਨ ਹੈ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ, ਧੰਨ ਆਪ ਜੀ। ਜਥਾ ਸ਼ਕਤ ਤਬ ਗੁਰ ਕੇ ਲੰਗਰ, ਲਿਆਵਤ ਹੈ ਬੋ ਚਿਤ ਕਰ ਚਾਏ। ਤੇ ਜਦੋਂ ਸਤਿਗੁਰਾਂ ਨੇ ਸਾਰੀ ਸਾਖੀ ਜਿਹੜੀ ਸੀ ਸੰਗਤਾਂ ਦੇ ਵਿੱਚ ਦੱਸੀ ਤੇ ਸੰਗਤਾਂ ਦੇ ਕੋਲੋਂ ਹੋਰ ਵੀ ਜਿਹੜੇ ਇੱਕ ਤੋਂ ਦੂਸਰੇ ਨੇ ਸੁਣਿਆ, ਦੂਸਰੇ ਤੋਂ ਤੀਸਰੇ ਨੇ, ਜਦੋਂ ਸਤਿਗੁਰਾਂ ਦਾ ਬਚਨ ਜਿਹੜਾ ਸੀ ਸੰਗਤਾਂ ਜਿਹਦੇ ਕੋਲ ਵੀ ਗਿਆ, ਉਹਨੇ ਫਿਰ ਬੜੀ ਸ਼ਰਧਾ ਧਾਰਨ ਕਰਕੇ, ਬੜੇ ਪ੍ਰੇਮ ਦੇ ਨਾਲ, ਬੜਾ ਚਾਹ ਧਾਰਨ ਕਰਕੇ ਗੁਰੂ ਕੇ ਲੰਗਰ ਦੇ ਵਿੱਚ ਰਸਤਾਂ ਪਹੁੰਚਾਉਣੀਆਂ ਸ਼ੁਰੂ ਕੀਤੀਆਂ, ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਹੋਰੇ ਦੀਨ ਲੇਤ ਅਤ ਬਹੁਤ, ਅਸ ਵਿਵਹਾਰ ਤਜਿਉ ਕਿਮ ਜਾਏ। ਹੁਣ ਕਵੀ ਜੀ ਕਹਿੰਦੇ, ਕਵੀ ਸੰਤੋਖ ਸਿੰਘ ਜੀ ਕਹਿੰਦੇ, ਜਿਹੜਾ ਐਸਾ ਚੰਗਾ ਵਪਾਰ ਹੈ, ਐਸਾ ਚੰਗਾ ਜੋ ਵਣਜ ਹੈ, ਵਪਾਰ ਹੈ, ਜੋ ਕਿ ਥੋੜਾ ਦੇਣਾ ਹੈ ਤੇ ਬਹੁਤਾ ਲੈਣਾ ਹੈ। ਕਿਉਂ ਕਰਕੇ ਗੁਰੂ ਘਰ ਵਿੱਚ ਲਿਆ ਕਰਕੇ ਥੋੜਾ ਹੀ ਦੇਣਾ ਨਾ, ਤੇ ਥੋੜਾ ਦਿੱਤਾ ਜਾਵੇ ਸ਼ਰਧਾ ਦੇ ਨਾਲ ਤੇ ਸਤਿਗੁਰੂ ਜੀ ਨੌ ਨਿਧੀਆਂ ਦੇ ਖਜ਼ਾਨੇ ਬਖਸ਼ ਦਿੰਦੇ ਨੇ। ਥੋੜਾ ਦੇ ਕਰਕੇ ਤੇ ਬਹੁਤਾ ਪ੍ਰਾਪਤ ਹੋ ਜਾਣਾ ਹੈ। ਐਸਾ ਚੰਗਾ ਜੋ ਵਪਾਰ ਹੈ, ਐਸਾ ਚੰਗਾ ਜੋ ਵਣਜ ਹੈ, ਉਹ ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿਹਦੇ ਕੋਲੋਂ ਛੱਡਿਆ ਜਾ ਸਕਦਾ, ਕੌਣ ਤਿਆਗ ਸਕਦਾ ਐਸੇ ਚੰਗੇ ਵਣਜ ਨੂੰ। ਬਹੁਤ ਪ੍ਰਸੰਨਤਾ ਸੰਗਤ ਮਾਹੀ, ਆਪਣੇ ਭਾਗ ਵੱਡੇ ਸਭ ਜਾਨ। ਤੇ ਸਾਰੀਆਂ ਸੰਗਤਾਂ ਵਿੱਚ ਸਤਿਗੁਰਾਂ ਦੇ ਕੋਲੋਂ ਇਹ ਇਤਿਹਾਸ ਸੁਣ ਕਰਕੇ, ਸਾਖੀ ਸੁਣ ਕਰਕੇ ਤੇ ਸਾਰੇ ਬੜੇ ਖੁਸ਼ ਹੋਏ। ਸਾਰਿਆਂ ਨੇ ਜਾਣਿਆ ਕਿ ਸਾਡੇ ਬੜੇ ਵੱਡੇ ਭਾਗ ਨੇ, ਸਾਡੇ ਬੜੇ ਵੱਡੇ ਚੰਗੇ ਕਰਮ ਨੇ, ਜਿਸ ਕਰਕੇ ਸਾਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਰਹੀ ਹੈ, ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਨੇ, ਸਾਡੇ ਬੜੇ ਚੰਗੇ ਭਾਗ ਨੇ। ਲੋਚਨ ਗੋਚਰ ਤੀਨ ਲੋਕ ਪਤ, ਪੁਨ ਸਿਸ਼ਿਆ ਸਭ ਕਰੇ ਬਖਾਨ। ਉਹ ਸਾਰੀਆਂ ਸੰਗਤਾਂ ਨੇ ਸੋਚਿਆ ਕਿ ਬੜੇ ਚੰਗੇ ਭਾਗ ਨੇ, ਸਾਡੀਆਂ ਅੱਖਾਂ ਦੇ ਸਾਹਮਣੇ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਹੋ ਰਹੇ, ਅਸੀਂ ਸਤਿਗੁਰਾਂ ਦੀ ਸੰਗਤ ਕਰਦੇ ਹਾਂ ਤੇ ਨਾਲ ਸਤਿਗੁਰੂ ਜੀ ਸਿੱਖਿਆ ਵਾਲੇ ਬਚਨ, ਸਾਨੂੰ ਸਤਿਗੁਰੂ ਜੀ ਜੋ ਮਰਜ਼ਾਦਾ ਵਾਲੇ ਬਚਨ ਹੈ, ਜਿਸ ਕਰਕੇ ਅਗਲਾ ਪਰਲੋਕ ਸੁਧਰ ਜਾਣਾ ਹੈ, ਦੋਵਾਂ ਲੋਕਾਂ ਦੇ ਸੁੱਖ ਪ੍ਰਾਪਤ ਹੋ ਜਾਣੇ ਆ, ਐਸ ਲੋਕ ਦੇ ਵੀ ਸੁੱਖ ਤੇ ਪਰਲੋਕ ਦੇ ਵੀ ਸੁੱਖ ਪ੍ਰਾਪਤ ਹੋ ਜਾਣੇ ਆ। ਉਹ ਸਿੱਖਿਆ ਸਤਿਗੁਰੂ ਜੀ ਬੜੇ ਤਰੀਕੇ ਦੇ ਨਾਲ, ਬੜੇ ਢੰਗ ਦੇ ਨਾਲ ਸਤਿਗੁਰੂ ਜੀ ਸਮਝਾਉਂਦੇ ਨੇ, ਦੱਸਦੇ ਨੇ। ਸੇਵਕ ਲਖੈ ਕਿਰਪਾ ਨਿਧ ਹਮਕੋ, ਹੋਏ ਪ੍ਰਸੰਨ ਉਪਦੇਸ਼ਿਤ ਦਾਨ। ਤੇ ਜਿਹੜੇ ਸੇਵਕ ਆ ਨਾ, ਸਿੱਖ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਕੋਲ ਰਹਿਣ ਵਾਲੇ, ਉਹ ਕਹਿੰਦੇ ਆਪੋ ਹੀ ਦੀ ਬਚਨ ਕਰਦੇ ਆ, ਕਹਿੰਦੇ ਕਿ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ ਆਪਾਂ ਨੂੰ ਆਪਣੇ ਸੇਵਕ ਜਾਣਦੇ ਆ, ਦਾਸ ਜਾਣਦੇ ਆ, ਦਾਸ ਜਾਣ ਕਰਕੇ ਤੇ ਆਪਣੇ ਨਾਲ ਪਿਆਰ ਕਰਦੇ ਆ, ਆਪਣੇ ਨਾਲ ਪ੍ਰੇਮ ਕਰਦੇ ਆ, ਪੁੱਤਰਾਂ ਦੇ ਵਾਂਗ ਜਿਸ ਤਰ੍ਹਾਂ ਪ੍ਰੇਮ ਕਰੀਦਾ ਹੈ। ਤੇ ਤਾਂ ਕਰਕੇ ਸਤਿਗੁਰੂ ਜੀ ਆਪਾਂ ਨੂੰ ਉਪਦੇਸ਼ ਦਿੰਦੇ ਨੇ, ਨਹੀਂ ਤੇ ਗੁਰੂ ਕੀ ਸੰਗਤ ਦੀ ਪ੍ਰਾਪਤੀ ਬੜੀ ਔਖੀ ਹੁੰਦੀ ਹੈ।
ਸਤਿਗੁਰਾਂ ਦੇ ਬਚਨ ਨੇ ਕਿ ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ। ਵਾਹਿਗੁਰੂ। ਵੱਡਿਆਂ ਭਾਗਾਂ ਦੇ ਨਾਲ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਗੁਰੂ ਸਾਹਿਬ ਜੀ ਆਪ ਉਪਦੇਸ਼ ਦਿੰਦੇ ਨੇ, ਆਪ ਚੰਗੀ ਤਰ੍ਹਾਂ ਦੇ ਨਾਲ ਦੁਨੀਆ ਵਿੱਚ ਵਿਚਰਨ ਦੇ ਵਾਸਤੇ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਕਮਾਈ ਕਰਨ ਦੇ ਵਾਸਤੇ, ਸੇਵਾ ਕਰਨ ਦੇ ਵਾਸਤੇ, ਸਿਮਰਨ ਕਰਨ ਦੇ ਵਾਸਤੇ। ਦਰਸੈ ਚਰਨ ਸਪਰਸ਼ੈ ਹਰਖੈ ਪਰਖੈ ਆਪਣੀ ਲਬਦ ਮਹਾਨ। ਉਹ ਕਹਿੰਦੇ ਆ, ਆਪਾਂ ਦਰਸ਼ਨ ਕਰਦੇ ਆ ਸਤਿਗੁਰਾਂ ਦੇ, ਚਰਨ ਸਪਰਸ਼ੈ, ਚਰਨਾਂ ਨੂੰ ਸਪਰਸ਼ ਕਰਦੇ ਆ ਤੇ ਫਿਰ ਚਰਨਾਂ ਨੂੰ ਸਪਰਸ਼ ਕਰਨ ਦੇ ਨਾਲ ਹਰਖੈ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ। ਤੇ ਫਿਰ ਪਰਖਦੇ ਇਹ ਗੱਲ ਜਾਣਦੇ ਆ ਕਿ ਸਾਡਾ ਇਸ ਦੁਨੀਆ ਦੇ ਵਿੱਚ ਆਉਣਾ ਸਫਲਾ ਹੋ ਗਿਆ ਹੈ, ਕਿਉਂ ਕਰਕੇ ਅਸੀਂ ਸਤਿਗੁਰਾਂ ਦੀ ਸੰਗਤ ਕਰ ਰਹੇ ਹਾਂ, ਅਸੀਂ ਸਤ ਸੰਗਤ ਵਿੱਚ ਸਤਿਗੁਰਾਂ ਦੇ ਮੁਖ ਤੋਂ ਉਪਦੇਸ਼ ਸੁਣ ਰਹੇ ਹਾਂ, ਸਾਡਾ ਇਸ ਦੁਨੀਆ ਵਿੱਚ ਆਉਣਾ ਸਫਲਾ ਹੋ ਗਿਆ, ਸਾਡਾ ਜਿਹੜਾ ਸੀ ਇਹ ਸਮਾਂ ਥਾਂ ਪੈ ਗਿਆ। ਪੁਨ ਅਗਲੇ ਦਿਨ ਸਤਿਗੁਰ ਪੂਰਨ ਬਸਤਰ ਸ਼ਸਤਰ ਨਿਜ ਦੇਹ ਸਜਾਏ। ਫਿਰ ਅਗਲੇ ਦਿਨ ਕਵੀ ਜੀ ਕਹਿੰਦੇ ਪੂਰੇ ਸਤਿਗੁਰੂ ਜੀ, ਕਿਉਂ ਕਰਕੇ ਪੂਰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਕਿਉਂਕਿ ਅਧੂਰੇ ਗੁਰੂ ਵੀ ਹੁੰਦੇ ਆ, ਕੱਚੇ ਗੁਰੂ ਵੀ ਹੁੰਦੇ ਆ। ਅੱਗੇ ਕੱਚੇ ਗੁਰੂ ਦੀ ਗੱਲ ਆ ਰਹੀ ਹੈ, ਅਧੂਰੇ ਗੁਰੂ ਦੀ ਗੱਲ ਆ ਰਹੀ ਹੈ। ਸਤਿਗੁਰੂ ਜੀ ਕਵੀ ਜੀ ਕਹਿੰਦੇ ਕਿ ਪੂਰੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਅਗਲੇ ਦਿਨ ਫਿਰ ਸਤਿਗੁਰੂ ਜੀ ਸ਼ਸਤਰ ਸਜਾ ਕਰਕੇ, ਬਸਤਰ ਸਜਾ ਕਰਕੇ, ਆਪਣੇ ਸਰੀਰ ਦੇ ਉੱਤੇ ਸਾਰੇ ਬਸਤਰ ਲਾ ਕਰਕੇ, ਅੰਗ ਵਿਭੂਖਨ ਭੂਖਤ ਸੁੰਦਰ ਕਮਲ ਪੱਤਰ ਲੋਚਨ ਬਿਖਸਾਏ। ਫਿਰ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਕੁਝ ਗਹਿਣੇ ਵੀ ਪਾਏ, ਸ਼ਸਤਰ ਪਾਏ। ਤੇ ਫਿਰ ਸਤਿਗੁਰਾਂ ਦੇ ਜੋ ਨੇਤਰ ਸੀ ਕਮਲ ਦੇ ਪੱਤਰਿਆਂ ਦੇ ਵਾਂਗ, ਕਮਲ ਦੇ ਫੁੱਲ ਦੇ ਵਾਂਗ ਸਤਿਗੁਰਾਂ ਦੇ ਜੋ ਨੇਤਰ ਸੀ ਖਿੜੇ ਹੋਏ ਐ। ਸਤਿਗੁਰੂ ਜੀ ਬੜੀ ਖੁਸ਼ ਨਜ਼ਰ ਆ ਰਹੇ ਸਨ। ਭੋਜ ਪ੍ਰਲੰਬ ਕਰ ਧਰਿਓ ਸਰਾਸਨ ਬੋਰ ਕੰਧ ਧਰ ਲੀਨ ਟਿਕਾਏ। ਕਵੀ ਜੀ ਕਹਿੰਦੇ ਸਤਿਗੁਰਾਂ ਦੀਆਂ ਜਿਹੜੀਆਂ ਬਾਹਾਂ ਸੀ ਉਹ ਬੜੀਆਂ ਲੰਮੀਆਂ ਸੀ ਤੇ ਬੜੇ ਸਤਿਗੁਰਾਂ ਦੇ ਜਿਹੜੇ ਬਾਜੂ ਸੀ ਬਲ ਵਾਲੇ ਸੀ ਤੇ ਹੱਥ ਦੇ ਵਿੱਚ ਸਤਿਗੁਰਾਂ ਨੇ ਬੜਾ ਕਰੜਾ, ਬੜਾ ਵੱਡਾ ਜਿਹੜਾ ਧਨਖ ਹੈ ਫੜਿਆ ਹੋਇਆ ਹੈ। ਹੱਥ ਵਿੱਚ ਫੜ ਕਰਕੇ ਧਨਖ ਸਤਿਗੁਰਾਂ ਨੇ ਫਿਰ ਆਪਣੇ ਮੋਢੇ ਉੱਤੇ ਟਿਕਾ ਲੈਣਾ ਕੀਤਾ, ਮੋਢੇ ਉੱਤੇ ਸਤਿਗੁਰਾਂ ਨੇ ਪਾ ਲੈਣਾ ਕੀਤਾ। ਮੁਕਤਾ ਹੀਰਨ ਜਰਿਓ ਜਰਾਉ ਤੀਖਨ ਤੀਰ ਨਿਖੰਗ ਸੁਹਾਏ। ਤੇ ਫਿਰ ਸਤਿਗੁਰਾਂ ਨੇ ਜੋ ਪੱਥਾ ਸੀ ਜਿਸ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਜੜੇ ਹੋਏ ਸਨ, ਬੜਾ ਸੁੰਦਰ ਪੱਥਾ ਸੀ। ਕੋਈ ਸਿੱਖ ਲੈ ਕਰਕੇ ਆ ਬੜੀ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਮੇਰੀ ਇਹ ਭੇਟਾ ਪ੍ਰਵਾਨ ਕਰੋ, ਆਪਣੇ ਸਰੀਰ ਦੇ ਉੱਤੇ ਮਹਾਰਾਜ ਇਹਨੂੰ ਸਜਾਇਆ ਕਰੋ। ਉਹ ਪੱਥਾ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਸਜਾਇਆ ਪਹਿਨਿਆ ਤੇ ਜਿਸ ਦੇ ਵਿੱਚ ਬੜੇ ਭਾਰੀ, ਤਿੱਖੇ ਤੇ ਚੌੜੇ ਵੱਡੇ ਤੀਰ ਪਾਏ ਹੋਏ ਸਨ। ਘਟ ਸ਼ਮਸ਼ੀਰ ਮੁਸ਼ਟ ਜਿਸ ਹਾਟਕ ਰੇਸ਼ਮ ਜਰੀ ਗਾਤਰਾ ਪਾਏ। ਤੇ ਫਿਰ ਸਤਿਗੁਰਾਂ ਨੇ ਰੇਸ਼ਮ ਦੇ ਕੱਪੜੇ ਦਾ ਯਰੀਦਾਰ ਗਾਤਰਾ ਜਿਹੜਾ ਸੀ ਉਹ ਪਾਇਆ ਤੇ ਗਾਤਰੇ ਦੇ ਵਿੱਚ ਸਤਿਗੁਰਾਂ ਨੇ ਸ਼ਮਸ਼ੇਰ ਕੀ ਹੈ, ਤਲਵਾਰ ਪਾਈ ਹੈ। ਕਵੀ ਜੀ ਕਹਿੰਦੇ ਜਿਸ ਤਲਵਾਰ ਦਾ ਪੱਤਾ ਜਿਹੜਾ ਉਹ ਫੌਲਾਦ ਦਾ ਸੀ ਤੇ ਜਿਸ ਦੀ ਮੁੱਠ ਜਿਹੜੀ ਆ ਸੋਨੇ ਦੀ ਸੀ, ਸੋਨੇ ਦੀ ਜੜਤ ਦੇ ਨਾਲ ਮੁੱਠ ਜਿਹੜੀ ਆ ਉਸ ਤੇ ਮੀਨਾਕਾਰੀ ਕੀਤੀ ਹੋਈ ਸੀ। ਆਇਸ ਕਰਕੇ ਅਸਵ ਮੰਗਾਇਵ ਧਰਤ ਚਪਲਤਾ ਜੁਤ ਛਿਤ ਪਾਏ। ਤੇ ਫੇਰ ਸਤਿਗੁਰਾਂ ਦੇ ਕੋਲ ਸਨ ਸਿੱਖ ਸੇਵਕ, ਸਿੱਖ ਸੂਰਮੇ। ਸਤਿਗੁਰਾਂ ਨੇ ਆਪਣੇ ਜੋ ਸਿੱਖ ਸੇਵਕ ਸੀ ਉਹਨਾਂ ਨੂੰ ਹੁਕਮ ਕੀਤਾ ਕਿ ਜਾਓ ਸਾਡਾ ਜੋ ਅਸਵਾਰੀ ਕਰਨ ਵਾਲਾ ਘੋੜਾ ਹੈ ਉਹ ਲੈ ਕਰਕੇ ਆਓ। ਸਿੱਖ ਜਿਹੜੇ ਸੀ ਉਹ ਘੋੜਾ ਲੈ ਕਰਕੇ ਆਏ ਤੇ ਘੋੜਾ ਕਵੀ ਜੀ ਕਹਿੰਦੇ ਧਰਤੀ ਉੱਤੇ ਪੈਰ ਰੱਖਦਾ, ਛੋਟੀ ਛੋਟੀ ਲਾਂਘ ਦੇ ਨਾਲ, ਛੋਟੇ ਛੋਟੇ ਕਦਮਾਂ ਦੇ ਨਾਲ, ਬੜੀ ਚਪਲਤਾ ਦੇ ਨਾਲ ਚੰਚਲ ਘੋੜਾ ਜਿਹੜਾ ਉਹ ਸਤਿਗੁਰਾਂ ਦੇ ਵੱਲ ਨੂੰ ਸਿੱਖ ਲੈ ਕਰਕੇ ਆ ਰਹੇ ਨੇ। ਹੀਰੇ ਜਰੇ ਅਗਰ ਮੈਂ ਜਿਸ ਕੇ ਸੁੰਦਰ ਜੀਨ ਜਰੀ ਦਿਪਤਾਏ। ਤੇ ਫਿਰ ਘੋੜੇ ਉੱਤੇ ਸੁੰਦਰ ਕਾਠੀ ਪਾਈ ਹੋਈ ਹੈ ਤੇ ਜਿਸ ਦੇ ਵਿੱਚ ਹੀਰੇ ਤੇ ਮੋਤੀ ਜਵਾਹਰਾਤ ਕਾਠੀ ਵਿੱਚ ਵੀ ਜੜੇ ਹੋਏ ਹੈ ਤੇ ਉੱਤੇ ਬੜਾ ਸੁੰਦਰ ਜਿਹੜਾ ਹੈ ਉਹ ਰੇਸ਼ਮ ਦਾ ਕੱਪੜਾ ਕਾਠੀ ਉੱਤੇ ਵਿਛਾਇਆ ਹੋਇਆ ਹੈ ਤੇ ਬੜਾ ਜੋ ਘੋੜਾ ਇਹਦੇ ਉੱਤੇ ਪਈ ਹੈ ਕਾਠੀ ਸ਼ੋਭਾ ਪਾ ਰਹੀ ਹੈ। ਭਏ ਅਰੂਡ ਗੂਡ ਗੁਣ ਜਨ ਕੇ ਗਹੀ ਬਾਗ ਗਮਨੇ ਅਗਵਾਏ। ਤੇ ਜਦੋਂ ਸਿੱਖ ਸੇਵਕ ਘੋੜਾ ਲੈ ਕਰਕੇ ਸਤਿਗੁਰਾਂ ਦੇ ਕੋਲ ਆਏ ਤੇ ਸਤਿਗੁਰੂ ਜੀ ਘੋੜੇ ਉੱਤੇ ਸਵਾਰ ਹੈ ਗੂੜ ਗੁਣਾ ਵਾਲੇ। ਗੂੜ ਕੀ ਹੈ? ਗੁੱਝੇ ਗੁਣਾ ਵਾਲੇ। ਕੌਣ ਹੈ ਜੋ ਸਤਿਗੁਰਾਂ ਦੇ ਗੁਣਾਂ ਨੂੰ ਜਾਣ ਸਕਦਾ ਹੈ? ਪੂਜਿਆ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਕੌਣ ਹੈ ਜੋ ਸਤਿਗੁਰਾਂ ਦੇ ਗੁਣਾਂ ਨੂੰ ਜਾਣ ਸਕਦਾ ਹੈ?
ਕੌਣ ਹੈ ਜੋ ਸਤਿਗੁਰਾਂ ਦੇ ਪਰਉਪਕਾਰ ਨੂੰ ਸਮਝ ਸਕਦਾ ਹੈ? ਸਤਿਗੁਰੂ ਜੀ ਘੋੜੇ ਉੱਤੇ ਸਵਾਰ ਹੋਏ, ਜੋ ਘੋੜੇ ਦੀ ਵਾਗ ਸੀ ਆਪਣੇ ਹੱਥ ਦੇ ਵਿੱਚ ਫੜ ਕਰਕੇ ਤੇ ਸਤਿਗੁਰੂ ਜੀ ਘੋੜੇ ਨੂੰ ਚਲਾਇਆ, ਤੋਰਿਆ ਘੋੜੇ ਨੂੰ। ਕਹਿ ਮੁਖ ਸ਼ਬਦ ਤੇਜ ਅਸ ਕੀਨਸ ਪਦ ਲਗਤਾ ਤੇ ਕਦਤ ਵਿਸਾਲ। ਤੇ ਫਿਰ ਸਤਿਗੁਰਾਂ ਨੇ ਆਪਣੇ ਮੁਖ ਤੋਂ ਘੋੜੇ ਨੂੰ ਤੋਰਨ ਦੇ ਵਾਸਤੇ ਜੋ ਸ਼ਬਦ ਕਿਹਾ ਤੇ ਦੂਸਰਾ ਸ਼ਬਦ ਕਹਿ ਕਰਕੇ ਤੇ ਘੋੜੇ ਨੂੰ ਤੇਜ਼ ਕੀਤਾ, ਪੋਈਏ ਚਾਲ ਪਾਇਆ। ਤੇ ਸਤਿਗੁਰਾਂ ਦਾ ਜੋ ਘੋੜਾ ਹੈ ਛੋਟੇ ਛੋਟੇ ਪੈਰਾਂ ਦੇ ਨਾਲ ਛਾਲਾਂ ਮਾਰਦਾ, ਕੁੱਦਦਾ ਜਾਂਦਾ ਘੋੜਾ। ਇਹ ਨਹੀਂ ਕਿ ਘੋੜਾ ਥੱਕਿਆ ਮਸਾਂ ਹੀ ਕਦਮ ਪੁੱਟਦਾ ਹੈ। ਸਤਿਗੁਰਾਂ ਦਾ ਜੋ ਘੋੜਾ ਹੈ ਉਹ ਛੋਟੇ ਛੋਟੇ ਕਦਮਾਂ ਦੇ ਨਾਲ ਛਾਲਾਂ ਮਾਰਦਾ ਅੱਗੇ ਨੂੰ ਜਾਣ ਲੱਗਾ। ਜਾਨ ਘਨ ਸੁਨ ਸੁਨ ਮਨ ਗਨ ਮੁਦ ਕਰ ਗਰੀਬ ਮੋਰ ਕਰ ਮੋਰ ਉਤਾਲ। ਹੁਣ ਕਵੀ ਜੀ ਉਪਮਾ ਦਿੰਦੇ, ਕਹਿੰਦੇ ਕਿ ਜਿਸ ਤਰ੍ਹਾਂ ਬੱਦਲ ਦੀ ਗਰਜ ਨੂੰ ਸੁਣ ਕਰਕੇ ਤੇ ਜਿਹੜੇ ਮੋਰ ਹੈ ਉਹ ਬੜੇ ਖੁਸ਼ ਹੁੰਦੇ ਆ ਤੇ ਖੁਸ਼ ਹੋ ਕਰਕੇ ਪੈਲ ਪਾਉਂਦੇ ਆ। ਜਦੋਂ ਪੈਲ ਪਾਉਂਦੇ ਤੇ ਆਪਣੀ ਧੌਣ ਜਿਹੜੀ ਹੈ ਪਿੱਛੇ ਨੂੰ ਮੋੜ ਲੈਂਦੇ ਆ। ਇਸੇ ਪ੍ਰਕਾਰ ਜਿਹੜਾ ਘੋੜਾ ਸਤਿਗੁਰਾਂ ਦਾ ਜਾ ਰਿਹਾ ਹੈ ਤੇ ਬੜਾ ਘੋੜਾ ਖੁਸ਼ ਹੈ ਤੇ ਜੋ ਘੋੜੇ ਨੇ ਆਪਣੀ ਧੌਣ ਆ ਪਿੱਛੇ ਨੂੰ ਮੋੜੀ ਹੋਈ ਹੈ। ਨਾਚਿਤ ਜਾਤ ਸੁਬਤ ਅਤ ਸੁਭਾ ਗਰ ਕੰਚਨ ਚੌਂਕੀ ਇਸ ਢਾਲ। ਜਿਹੜਾ ਘੋੜਾ ਹੈ ਉਹ ਨੱਚਦਾ ਜਾ ਰਿਹਾ, ਛਾਲਾਂ ਮਾਰਦਾ ਜਾ ਰਿਹਾ ਛੋਟੀਆਂ ਛੋਟੀਆਂ, ਤੇ ਘੋੜੇ ਦੇ ਗਲ ਦੇ ਵਿੱਚ ਕਵੀ ਜੀ ਕਹਿੰਦੇ ਛੋਟੇ ਛੋਟੇ ਘੁੰਗਰੂਆਂ ਵਾਲੀ ਸੋਨੇ ਦੇ ਘੁੰਗਰੂ ਹੈ। ਤੇ ਘੋੜੇ ਦੇ ਗਲ ਦੇ ਵਿੱਚ ਘੋੜੇ ਨੂੰ ਸ਼ਿੰਗਾਰਨ ਦੇ ਵਾਸਤੇ ਜੋ ਹਾਰ ਪਾਇਆ, ਮੇਲ ਪਾਈ ਹੈ, ਬੜੀ ਸ਼ੋਭਾ ਪਾ ਰਹੀ ਹੈ। ਮਨੋ ਚੰਚਲਾ ਥਰਕਨ ਤੇ ਥਿਰ ਲਪਤ ਰਹੀ ਇੱਕ ਥਲ ਹਿਤ ਨਾਲ। ਉਹ ਜਿਹੜੀ ਘੋੜੇ ਦੇ ਗਲ ਦੇ ਵਿੱਚ ਪਾਇਆ ਹੋਇਆ ਹਾਰ ਹੈ ਨਾ, ਘੋੜੇ ਨੂੰ ਸ਼ਿੰਗਾਰ ਕਰਨ ਦੇ ਵਾਸਤੇ ਜੋ ਮੇਲ ਪਾਈ ਹੋਈ ਹੈ, ਉਹਦੀ ਕਵੀ ਜੀ ਉਪਮਾ ਦਿੰਦੇ ਕਿ ਮਾਨੋ ਜਿਸ ਤਰ੍ਹਾਂ ਕਹਿੰਦੇ ਵੀ ਆਕਾਸ਼ ਦੀ ਬਿਜਲੀ ਜਿਹੜੀ ਹੈ ਨਾ ਉਹ ਥਿਰਕਣ ਤੋਂ ਥਿਰ ਹੋ ਕਰਕੇ, ਕਿਉਂ ਕਰਕੇ ਜੋ ਆਕਾਸ਼ ਦੀ ਬਿਜਲੀ ਇੱਕ ਥਾਂ ਤੇ ਟਿਕਦੀ ਨਹੀਂ ਹੈ। ਇਹਨਾਂ ਦਾ ਜੋ ਵੇਗ ਹੈ ਜਿਸ ਤਰ੍ਹਾਂ ਕਿ ਚਲਦਲ ਪੱਤਰ ਪਟਾਕ, ਚਲਦਲ ਪੱਤਰ ਪਟਾਕ ਪੱਟ ਦਾਮਣ ਕਛਪ ਮਾਥ। ਪਿੱਪਲ ਦਾ ਪੱਤਾ ਕਦੀ ਇੱਕ ਥਾਂ ਤੇ ਸਥਿਰ ਨਹੀਂ ਹੁੰਦਾ। ਨਿਸ਼ਾਨ ਸਾਹਿਬ ਦਾ ਫਰਲਾ ਕਦੀ ਇੱਕ ਥਾਂ ਤੇ ਖਲੋਂਦਾ ਨਹੀਂ, ਹਿਲਦਾ ਰਹਿੰਦਾ ਥੋੜਾ ਥੋੜਾ। ਕਛੂ ਦਾ ਜੋ ਮੱਥਾ ਹੈ, ਕਛੂ ਦੀ ਜੋ ਸਿਰੀ ਹੈ, ਉਹ ਇੱਕ ਥਾਂ ਤੇ ਸਥਿਰ ਨਹੀਂ ਹੁੰਦੀ, ਹਿਲਦੀ ਰਹਿੰਦੀ ਹੈ। ਇਸੇ ਪ੍ਰਕਾਰ ਜੋ ਆਕਾਸ਼ ਦੀ ਬਿਜਲੀ ਹੈ ਇੱਕ ਥਾਂ ਤੇ ਸਥਿਰ ਨਹੀਂ ਹੁੰਦੀ। ਹੁਣ ਕਵੀ ਜੀ ਕਹਿੰਦੇ ਮੇਲ ਜਿਹੜੀ ਹੈ ਘੋੜੇ ਵਿੱਚ, ਘੋੜੇ ਦੇ ਗਲ ਦੇ ਵਿੱਚ ਪਾਇਆ ਜੋ ਹਾਰ ਹੈ ਨਾ, ਇਸ ਤਰ੍ਹਾਂ ਸ਼ੋਭਾ ਪਾ ਰਿਹਾ ਹੈ ਜਿਸ ਤਰ੍ਹਾਂ ਬਿਜਲੀ ਜਿਹੜੀ ਹੈ ਥਿਰਕਣ ਤੋਂ ਸਥਿਰ ਹੋ ਕਰਕੇ ਤੇ ਇੱਕ ਥਾਂ ਦੇ ਉੱਤੇ ਬਿਜਲੀ ਹਿੱਤ ਦੇ ਨਾਲ, ਪ੍ਰੇਮ ਦੇ ਨਾਲ ਖਲੋ ਗਈ ਹੋਵੇ, ਟਿਕ ਗਈ ਹੋਵੇ। ਕਾਨਨ ਗਮਨੇ ਹਿਤ ਅਖੀਰ ਕੇ ਸਕਲ ਬਾਹਨੀ ਸ਼ਸਤਰ ਸਜਾਏ। ਤੇ ਸਤਿਗੁਰੂ ਜੀ ਇਸ ਤਰ੍ਹਾਂ ਸਿੱਖ ਸੂਰਮਿਆਂ ਨੂੰ ਲੈ ਕਰਕੇ, ਸੰਗਤਾਂ ਨੂੰ ਲੈ ਕਰਕੇ ਤੇ ਜੰਗਲ ਦੇ ਵਿੱਚ ਸਤਿਗੁਰੂ ਜੀ ਗਏ, ਸੰਘਣੇ ਜੰਗਲ ਦੇ ਵਿੱਚ, ਤੇ ਨਾਲ ਸਤਿਗੁਰਾਂ ਦੇ ਸੂਰਮੇ ਆ ਤੇ ਸਾਰੇ ਸੂਰਮਿਆਂ ਨੇ ਸ਼ਸਤਰ ਸਜਾਏ ਹੋਏ, ਤਲਵਾਰਾਂ ਪਾਈਆਂ ਗਾਤਰੇ, ਮੋਢੇ ਦੇ ਤੀਰ ਕਮਾਨ, ਹੱਥਾਂ 'ਚ ਨੇਜੇ ਫੜੇ ਹੋਏ ਆ। ਸ਼ਿਕਾਰ ਖੇਡਣ ਦੇ ਵਾਸਤੇ ਸਤਿਗੁਰੂ ਜੀ ਗਏ ਆ ਤੇ ਨਾਲ ਸੂਰਮੇ ਵੀ ਤਿਆਰ ਨਿਹੰਗ ਸਿੰਘ ਫੌਜਾਂ ਸਤਿਗੁਰਾਂ ਦੇ ਨਾਲ ਨੇ। ਚੜੇ ਤੁਰੰਗ ਕਰੰਗਨ ਸਮਸੇ ਬ੍ਰਿੰਦ ਭਏ ਪਸਚਾਤ ਤਵਾਏ। ਸਤਿਗੁਰੂ ਜੀ ਅੱਗੇ ਅੱਗੇ ਜਾ ਰਹੇ ਜੰਗਲ ਦੇ ਵਿੱਚ ਤੇ ਜਿਹੜੇ ਸਿੱਖ ਸੂਰਮੇ ਉਹ ਵੀ ਘੋੜੇ ਦੜਾਉਂਦੇ ਹੋਏ ਸਤਿਗੁਰਾਂ ਦੇ ਪਿੱਛੇ ਪਿੱਛੇ ਜਾ ਰਿਹਾ। ਘੋੜੇ ਕਵੀ ਜੀ ਕਹਿੰਦੇ ਹਰਨ ਦੇ ਵਾਂਗ ਛਾਲਾਂ ਮਾਰਦੇ ਜਾਂਦੇ ਆ ਤੇ ਸਤਿਗੁਰਾਂ ਦੇ ਪਿੱਛੇ ਪਿੱਛੇ ਸਾਰੀ ਫੌਜ ਜਿਹੜੀ ਹੈ ਜੰਗਲ ਦੇ ਵਿੱਚ ਪ੍ਰਵੇਸ਼ ਕੀਤਾ ਜਾ ਕਰਕੇ। ਸਗਨ ਬ੍ਰਿਸ਼ਨ ਮਹਿ ਸੈਲ ਸਮੀਪੈ ਨਿਕਸੈ ਬਨ ਪਸ ਲੇਤ ਸਗਹਾਏ। ਤੇ ਸੰਘਣੇ ਜੰਗਲ ਦੇ ਵਿੱਚ ਸਤਿਗੁਰੂ ਜੀ ਗਏ, ਪਹਾੜਾਂ ਦੇ ਨਾਲ ਨਾਲ ਦੀ, ਕਿਉਂ ਕਰਕੇ ਸਾਰਾ ਇਲਾਕਾ ਉਹ ਪਹਾੜੀ ਹੈ, ਪਹਾੜਾਂ ਦੇ ਲਾਗੋਂ ਲਾਗੋਂ ਦੀ ਸੰਘਣੇ ਜੰਗਲ ਦੇ ਵਿੱਚ ਗਏ ਤੇ ਕੋਈ ਵੀ ਜੰਗਲ ਦਾ ਪਸ਼ੂ ਨਿਕਲਦਾ ਹੈ ਤੇ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਦੀ ਇਹ ਮਰਜ਼ਾਦਾ ਸੀ, ਉਹ ਮਾਰਦੇ ਨਹੀਂ ਸਨ। ਘੋੜੇ ਨੂੰ ਮਗਰ ਦੜਾ ਕਰਕੇ ਉਹ ਜਦੋਂ ਥੱਕ ਜਾਂਦਾ ਤੇ ਉਸ ਨੂੰ ਫੜ ਕੇ ਤੇ ਕੀਰਤਨਪੁਰ ਸਾਹਿਬ ਲੈ ਆਉਂਦੇ ਸਨ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕੁਝ ਜਿਹੜੇ ਪੰਛੀ, ਜਿਹੜੇ ਪਸ਼ੂ ਨਿਕਲੇ ਜੰਗਲ ਦੇ ਵਿੱਚੋਂ, ਉਹ ਮਾਰੇ ਨਹੀਂ। ਸਿੱਖਾਂ ਸੂਰਮਿਆਂ ਗਲ ਦੇ ਵਿੱਚ ਰੱਸਾ ਪਾ ਕਰਕੇ ਉਹਨਾਂ ਨੂੰ ਪਕੜ ਲੈਣਾ ਕੀਤਾ। ਇਤ ਉਤ ਵਿਚਰਤ ਜਿਤ ਕਿਤ ਦੇਖਤ ਸ਼ੂਕਰ ਸਸੇ ਰੋਜ ਗਣ ਧਾਏ। ਤੇ ਇਧਰ ਉਧਰ ਸਤਿਗੁਰਾਂ ਦੇ ਸੂਰਮੇ ਵੇਖ ਰਹੇ ਆ, ਸ਼ਿਕਾਰ ਦੀ ਭਾਲ ਕਰ ਰਹੇ ਆ। ਜਦੋਂ ਸੂਰਮੇ ਜਾ ਰਹੇ ਆ, ਘੋੜੇ ਜਾ ਰਹੇ ਆ, ਘੋੜਿਆਂ ਦੇ ਚੱਲਣ ਦਾ ਖੜਾਕ ਆ ਰਿਹਾ, ਖੜਕੇ ਤੋਂ ਡਰਦੇ ਜਿਹੜੇ ਜੰਗਲੀ ਜਾਨਵਰ ਹੈ ਨਾ, ਸੂਰ, ਸਹੇ, ਰੋਜ,
ਇਹ ਡਰਦੇ ਅੱਗੇ ਅੱਗੇ ਇਹਨਾਂ ਨੇ ਦੌੜਨਾ ਸ਼ੁਰੂ ਕੀਤਾ। ਨਿਕਟ ਨਿਕਟ ਪਰਬਤ ਕੇ ਗਮਨਤ ਖਗ ਮ੍ਰਿਗ ਤਰਾਸਤ ਜਾਤ ਪਲਾਏ। ਨੇੜੇ ਨੇੜੇ ਪਰਬਤਾਂ ਦੇ ਸਤਿਗੁਰੂ ਦੀ ਜਾ ਰਿਹਾ, ਪਹਾੜਾਂ ਦੇ ਲਾਗੋ ਲਾਗੋ ਸਤਿਗੁਰੂ ਜੀ ਲੰਘ ਰਹੇ ਆ। ਤੇ ਜੋ ਜੰਗਲ ਦੇ ਵਿੱਚ ਰਹਿਣ ਵਾਲੇ ਪੰਛੀ ਤੇ ਮ੍ਰਿਗ ਕਹੀਏ ਜੋ ਪਸ਼ੂ ਸੀ, ਉਹ ਡਰਦੇ ਹੋਏ ਜਿਹੜੇ ਸੀ ਦੂਰ ਭੱਜਣ ਲੱਗੇ, ਅੱਗੇ ਅੱਗੇ ਦੌੜਨ ਲੱਗੇ ਕਿ ਸਾਨੂੰ ਮਾਰ ਨਾ ਦੇਣ ਜਾਂ ਸਾਨੂੰ ਇਹ ਪਕੜ ਨਾ ਲੈਣ। ਚਮੂ ਚਲੇ ਪਸਚਾਤ ਬ੍ਰਿੰਦ ਸਭ ਆਗੇ ਸਰਪ ਚੱਲਿਓ ਇੱਕ ਆਏ। ਸਤਿਗੁਰੂ ਜੀ ਅੱਗੇ ਅੱਗੇ ਜਾ ਰਹੇ, ਪਾਸੇ ਪਾਸੇ ਜਿਹੜੇ ਸਿੱਖ ਸੂਰਮੇ ਜਾ ਰਹੇ, ਪਿੱਛੇ ਪਿੱਛੇ ਸਤਿਗੁਰਾਂ ਦੇ। ਜਦੋਂ ਥੋੜਾ ਅੱਗੇ ਗਏ ਤੇ ਅੱਗੋਂ ਇੱਕ ਬੜਾ ਭਾਰੀ ਸੱਪ ਜਿਹੜਾ ਸੀ ਉਹ ਜਾ ਕਰਕੇ ਵੇਖਿਆ, ਅੱਗੋਂ ਚੱਲਿਆ ਆ ਰਿਹਾ ਸੀ ਜੋ। ਅਜਗਰ ਸੰਗਿਆ ਕਹੇ ਲੋਕ ਜੈਸ ਬਹੁ ਪਪੀਲ ਕਾ ਕਾਟਤ ਖਾਏ। ਤੇ ਉਹ ਸੱਪ ਦਾ ਨਾਂ ਸੀ ਅਜਗਰ ਸੱਪ, ਅਜਗਰ ਨਾਗ। ਕਿਉਂ ਕਰਕੇ ਨਾਗਾਂ ਦੀਆਂ ਵੱਖੋ ਵੱਖ ਕਿਸਮਾਂ ਹੈ, ਸ਼ੇਸ਼ ਨਾਗ ਹੈ, ਤਛਕ ਨਾਗ ਹੈ, ਬਾਸ਼ਕ ਨਾਗ ਹੈ। ਇਹ ਅਜਗਰ ਨਾਗ ਸੀ। ਤੇ ਅਜਗਰ ਨਾਗ ਉਹ ਨਾਗ ਹੁੰਦਾ ਅਜਨਾਮ ਹੈ ਬੱਕਰੇ ਦਾ ਤੇ ਗਰਨਾਮ ਹੈ ਨਿਗਲ ਜਾਨ ਦਾ। ਐਡਾ ਵੱਡਾ ਸੱਪ ਸੀ ਉਹ। ਬੱਕਰਾ ਜਾਂ ਹਰਨ ਕੋਈ ਮਿਲ ਜਾਵੇ ਤੇ ਸਬੂਤਾ ਹੀ ਆਪਣੇ ਅੰਦਰ ਲੰਘਾ ਲੈਂਦਾ ਸੀ। ਇਹ ਗੱਲ ਅੱਗੇ ਕਈ ਵਾਰ ਕਰਨੀ ਤੇ ਲੋਕਾਂ ਨੇ ਮਖੌਲ ਕਰਨਾ, ਇਹ ਕਿਸ ਤਰ੍ਹਾਂ ਹੋ ਸਕਦਾ। ਹੁਣ ਤੇ ਆ ਟੀਵੀ ਉੱਤੇ ਡਿਸਕਵਰੀ ਚੈਨਲ ਵਾਲੇ ਸਾਰਾ ਕੁਝ ਹੀ ਵਿਖਾ ਰਹੇ ਆ। ਉਹ ਸੱਪ ਜਿਹੜਾ ਸੀ ਅਜਗਰ ਸੱਪ ਅੱਗੋਂ ਆ ਰਿਹਾ ਸੀ ਤੇ ਸੱਪ ਦੇ ਸਰੀਰ ਦੇ ਵਿੱਚ ਬੜੇ ਭਾਰੀ ਕੀੜੇ ਪਏ ਹੋਏ ਸਨ। ਪਟਕਤ ਪੁੰਸ਼ ਸੋ ਫਟਕਤ ਫਨ ਕੋ ਤੜਫਤ ਲਿਟਤ ਬਿਕਲ ਅਕੁਲਾਈ। ਜੋ ਸੱਪ ਹੈ ਪੂਛ ਨੂੰ ਪਟਕਦਾ ਹੈ, ਕਦੀ ਇੱਧਰ ਕਰਦਾ ਕਦੀ ਉੱਧਰ ਕਰਦਾ ਹੈ। ਤੇ ਫਟਕਤ ਫਨ ਕੋ, ਫਨ ਦੇ ਨਾਲ ਫੁਕਾਰੇ ਮਾਰਦਾ ਫਣੀਅਰ ਸੱਪ ਹੈ। ਤੇ ਫਿਰ ਤੜਫਦਾ ਹੈ, ਲਿਟਦਾ ਕਦੀ ਪੁੱਠਾ ਹੁੰਦਾ ਕਦੀ ਸਿੱਧਾ ਹੁੰਦਾ ਹੈ, ਬੜਾ ਭਾਰੀ, ਜਿਸ ਤਰ੍ਹਾਂ ਦੁਖੀ ਹੋ ਰਿਹਾ ਹੋਵੇ। ਕਾਟਤ ਕੀਟੀ ਉਲਟ ਪੁਲਟ ਹਵੈ ਭਏ ਦੇਹ ਮੈਂ ਛਿਦਰ ਕਰਾਲ। ਜੋ ਸਰੀਰ ਦੇ ਵਿੱਚ ਪਏ ਹੋਏ ਕੀੜੇ ਆ ਉਹ ਕੱਟ ਕੱਟ ਕਰਕੇ ਸੱਪ ਦੇ ਸਰੀਰ ਨੂੰ ਖਾ ਰਹੇ ਆ। ਤੇ ਜਦੋਂ ਕੀੜੇ ਖਾ ਰਹੇ ਤੇ ਸਰੀਰ ਨੂੰ ਬੜਾ ਦੁੱਖ ਹੋ ਰਿਹਾ, ਪੀੜਾ ਹੋ ਰਹੀ ਹੈ। ਇਸ ਕਰਕੇ ਸੱਪ ਜਿਹੜਾ ਬੜਾ ਦੁਖੀ ਹੋ ਰਿਹਾ ਸੀ। ਕੁਛ ਨਾ ਉਪਾਉ ਬਚਾਓ ਹੋਣ ਕੋ ਲੱਖੋਂ ਖਾਏ ਮਹਾ ਬਿਕਰਾਲ। ਇਹ ਲੱਖਾਂ ਦੇ ਹਿਸਾਬ ਨਾਲ ਕੀੜੇ ਪਏ ਹੋਏ ਦੇ ਸਰੀਰ ਦੇ ਵਿੱਚ ਛੋਟੇ ਛੋਟੇ ਛੇਕ ਹੋਏ ਆ। ਕਵੀ ਜੀ ਕਹਿੰਦੇ ਜੋ ਸੱਪ ਹੈ ਉਸ ਦਾ ਬਚਾਓ ਹੁੰਦਾ ਕੋਈ ਚਾਰਾ ਨਹੀਂ ਹੈ ਕਿ ਇਸ ਦਾ ਕਿਸੇ ਤਰੀਕੇ ਨਾਲ ਬਚਾਅ ਹੋ ਸਕੇ, ਇਸ ਦੀ ਜਾਨ ਬਚ ਸਕੇ। ਸ੍ਰੀ ਹਰਿ ਰਾਏ ਬਿਲੋਕਨ ਕੀਨਸ ਕਿਰਪਾ ਧਾਰ ਕਰ ਧਨੁਖ ਸੰਭਾਲ। ਤੇ ਬੜਾ ਸੱਪ ਜਿਹੜਾ ਦੁਖੀ ਹੋ ਰਿਹਾ ਸੀ, ਪੀੜਾ ਹੋ ਰਹੀ ਸੀ, ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਨਿਗਾਹ ਪੈ ਗਿਆ। ਜਦੋਂ ਨਿਗਾਹ ਪਿਆ, ਸਤਿਗੁਰਾਂ ਨੇ, ਸਤਿਗੁਰੂ ਜੀ ਕਿਰਪਾ ਦੇ ਘਰ ਦੇ ਵਿੱਚ ਆਏ, ਮਿਹਰ ਦੇ ਘਰ ਦੇ ਵਿੱਚ ਸਤਿਗੁਰੂ ਜੀ ਆ ਕਰਕੇ ਆਪਣਾ ਜੋ ਧਨਖ ਸੀ ਉਹ ਸਤਿਗੁਰਾਂ ਨੇ ਕਰ ਕਮਲਾਂ ਵਿੱਚ ਪਕੜਿਆ, ਧਨਖ ਨੂੰ ਆਪਣੇ ਹੱਥ ਵਿੱਚ ਫੜ ਕਰਕੇ। ਤਰਕਸ ਤੇ ਸਰ ਕਰਿਓ ਨਿਕਾਸਨ ਅਰਧ ਸੋ ਚੰਦਰਾਕਾਰ ਮਹਾਨ। ਤੇ ਫਿਰ ਪੱਥੇ ਵਿੱਚੋਂ ਤਿੱਖਾ ਤੀਰ ਸਤਿਗੁਰਾਂ ਨੇ ਕੱਢਿਆ। ਤੀਰ ਕੱਢਿਆ ਉਹ ਜਿਹੜਾ ਅਰਧ ਚੰਦਰਮਾਕਾਰ ਵਰਗਾ ਸੀ, ਅੱਗੋਂ ਗੋਲ ਸੀ, ਅੱਗੇ ਤੀਰ ਦਾ ਚੱਕਰ ਲੱਗਾ ਹੁੰਦਾ ਇੱਕ ਪਾਸੇ ਤੇ। ਕਈ ਤੀਰ ਜਿਹੜੇ ਚੌੜੇ ਹੁੰਦੇ ਆ, ਕਈ ਤੀਰ ਤਿੱਖੇ ਸੂਏ ਵਾਂਗ ਹੁੰਦੇ ਆ, ਕਈ ਬਰਛੇ ਵਾਂਗ ਹੁੰਦੇ ਆ, ਕਈ ਤਰ੍ਹਾਂ ਦੇ ਤੀਰ ਹੈ। ਸਤਿਗੁਰਾਂ ਨੇ ਅਰਧ ਚੰਦਰਮਾਕਾਰ, ਅੱਧੇ ਚੰਦਰਮਾ ਵਰਗਾ ਤੀਰ ਜਿਹੜਾ ਸੀ ਉਹ ਕੱਢਿਆ। ਉਹ ਚੰਦਰਮਾ ਵਰਗਾ ਤੀਰ ਜਿਹੜਾ ਸੀ ਹੱਥ ਦੇ ਵਿੱਚ ਲੈ ਕਰਕੇ ਜਿਹੇ ਵਿਖੇ ਆਰੋਪਨ ਕਰ ਡੜ ਹਾਥ ਤਾਨ ਤੇ ਕੇਤਕ ਤਾਨ। ਤੇ ਫਿਰ ਉਸ ਤੀਰ ਨੂੰ ਜਿਹੜਾ ਸੀ ਜਿਵੇਂ ਕਿ ਚੱਲੇ ਦੇ ਵਿੱਚ ਜੋੜ ਕਰਕੇ ਤੇ ਹੱਥ ਦੇ ਨਾਲ ਜਿਹੜਾ ਸੀ ਉਹ ਜਿਹੜੀ ਤੀਰ ਦੀ ਤੰਦੀ ਸੀ ਜ਼ੋਰ ਦੇ ਨਾਲ ਖਿੱਚ ਕਰਕੇ ਕੰਨ ਤੱਕ ਸਤਿਗੁਰਾਂ ਨੇ ਸ੍ਰੀ ਹਰਿ ਰਾਏ ਸੁਬਾਨ ਪਰ ਹਾਰਿਓ ਕਾਟ ਦੀਨ ਸਿਰ ਕੀਨ ਸਹਾਨ। ਤੱਕ ਕਰਕੇ ਨਿਸ਼ਾਨਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਮਾਰਿਆ ਤੇ ਨਿਸ਼ਾਨਾ ਮਾਰ ਕਰਕੇ ਤੇ ਸੱਪ ਦੀ ਜੋ ਸਿਰੀ ਸੀ, ਸਿਰ ਸੀ, ਉਹ ਕੱਟ ਦੇਣਾ ਕੀਤਾ। ਮਿਰਤਕ ਭਇਓ ਸ਼ੁਭ ਗਤ ਕੋ ਪ੍ਰਾਪਤ ਗਮਨਿਓ ਉਰਦ ਅਰੂੜ ਸਮਾਨ। ਤੇ ਸਤਿਗੁਰਾਂ ਦੇ ਹੱਥੋਂ ਸੱਪ ਦੀ ਮ੍ਰਿਤੂ ਹੋਈ। ਨਾਲ ਸਤਿਗੁਰੂ ਜੀ ਮਿਹਰ ਦੀ ਨਿਗਾਹ ਦੇ ਵਿੱਚ ਆਏ, ਮਿਹਰ ਦੀ ਨਿਗਾਹ ਕਰ ਦਿੱਤੀ ਤੇ ਜੋ ਸੱਪ ਸੀ ਉਹ ਸ਼ੁਭ ਗਤੀ ਨੂੰ ਪ੍ਰਾਪਤ ਹੋਇਆ। ਦੇਵਤੇ ਜਿਹੜੇ ਸੀ ਉਹ ਬਿਮਾਨ ਲੈ ਕਰਕੇ ਆਏ ਤੇ ਸੱਪ ਦੀ ਜੋ ਆਤਮਾ ਸੀ
ਜੋ ਸੱਪ ਦੀ ਰੂਹ ਸੀ ਉਹ ਵਿਮਾਨ ਵਿੱਚ ਬੈਠ ਕਰਕੇ ਤੇ ਸਵਰਗ ਲੋਕ ਨੂੰ ਗਈ, ਆਕਾਸ਼ ਨੂੰ ਗਈ। ਕੌਤਕ ਦੇਖ ਚਮੂ ਚਿਤ ਚੱਕਰਤ ਬੂਝਤ ਭਈ ਗੁਰਨ ਕੇ ਪਾਸ। ਇਹ ਸਤਿਗੁਰਾਂ ਨੇ ਜਦੋਂ ਕੌਤਕ ਕੀਤਾ, ਪ੍ਰਤਾਖੀ ਵਿਮਾਨ ਆਇਆ, ਦੇਵਤੇ ਉਹਦੀ ਰੂਹ ਨੂੰ ਬਿਠਾ ਕਰਕੇ ਦੇ ਆਕਾਸ਼ ਨੂੰ ਲੈ ਕਰਕੇ ਗਏ ਤੇ ਸਿੱਖ ਵੇਖ ਕਰਕੇ ਬੜਾ ਹੈਰਾਨ ਹੋਏ। ਤੇ ਫਿਰ ਹੈਰਾਨ ਹੋ ਕਰਕੇ ਤੇ ਦੋਵੇਂ ਹੱਥ ਜੋੜ ਕਰਕੇ ਗੁਰੂ ਹਰਿ ਸਾਹਿਬ ਜੀ ਮਹਾਰਾਜ ਨੂੰ ਪੁੱਛਣ ਲੱਗੇ। ਸਿੱਖ ਜਿਹੜੇ ਸੀ ਉਹ ਕਹਿਣ ਲੱਗੇ, ਕੌਣ ਹੁਤੋ ਪ੍ਰਭ ਕਰੋ ਬਤਾਵਨ, ਕੌਣ ਪਾਪ ਕੋ ਫਲ ਭਾਤਾਸ। ਉਹ ਸਿੱਖ ਪੁੱਛਣ ਲੱਗੇ, ਮਹਾਰਾਜ ਆਪ ਜੀ ਨੇ ਕੀ ਕੌਤਕ ਕੀਤਾ ਹੈ? ਇਹ ਜਿਸ ਜੀਵ ਦਾ ਆਧਾਰ ਕੀਤਾ ਮਹਾਰਾਜ, ਇਹ ਕੌਣ ਸੀ? ਤੇ ਇਸ ਨੇ ਕਿਹੜਾ ਪਾਪ ਕੀਤਾ ਜਿਸ ਕਰਕੇ ਇਸ ਨੂੰ ਸਰਪ ਦੀ ਜੂਨ ਪ੍ਰਾਪਤ ਹੋ ਗਈ, ਸੱਪ ਦਾ ਸਰੀਰ ਪ੍ਰਾਪਤ ਹੋ ਗਿਆ? ਇਹ ਸਾਰੀ ਗੱਲ ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਸਮਝਾਉਣੀ ਕਰੋ, ਦੱਸਣੀ ਕਰੋ। ਆ ਮਿਖ ਕਾਟ ਕਾਟ ਕਰ ਕੀਟੀ, ਕੀਨੇ ਛਿਦਰ ਪਾਏ ਦੁਖ ਰਾਸ। ਫਿਰ ਸੱਪ ਦਾ ਜੂਨ ਮਿਲ ਗਿਆ ਤੇ ਸੱਪ ਦੀ ਜੂਨ ਮਿਲਣ ਦੇ ਵਿੱਚ ਵੀ ਕੋਈ ਸੁੱਖ ਨਹੀਂ। ਸਰੀਰ ਦੇ ਵਿੱਚ ਕਿੰਨੇ ਕੀੜੇ ਪਏ ਹੋਏ ਨੇ, ਕਿੰਨੇ ਛੇਕ ਹੋਏ ਨੇ। ਕੱਟ ਕਰਕੇ ਜੋ ਕੀੜੇ ਹੈ ਕੱਟ ਕਰਕੇ ਇਸ ਦੇ ਮਾਸ ਨੂੰ ਖਾ ਰਹੇ ਸੀ, ਦੁੱਖ ਦੇ ਰਹੇ ਸੀ। ਤਰਫਤ ਕੋ ਬਲੋਕ ਕਰ ਕਰਨਾ, ਆਪ ਬਾਨ ਤੇ ਕਰਿਓ ਵਿਨਾਸ਼। ਸੱਪ ਜਿਹੜਾ ਬੜਾ ਦੁਖੀ ਹੋ ਰਿਹਾ ਸੀ, ਤੜਫ ਰਿਹਾ ਸੀ, ਤੇ ਤੜਫਦੇ ਨੂੰ ਵੇਖ ਕਰਕੇ ਆਪ ਜੀ ਨੂੰ ਤਰਸ ਆ ਗਿਆ। ਆਪ ਜੀ ਕਿਰਪਾ ਦੇ ਘਰ ਦੇ ਵਿੱਚ ਆਏ ਤੇ ਆਪ ਜੀ ਨੇ ਤੀਰ ਮਾਰ ਕਰਕੇ ਤੇ ਸੱਪ ਦਾ ਨਾਸ਼ ਕਰ ਦਿੱਤਾ। ਸੁਣ ਅਰਦਾਸ ਸੇਵਕਨ ਕੇਰੀ, ਸਰਬ ਬਿਰਤੰਤ ਗੁਰੂ ਸਮਝਾਏ। ਇਸ ਤਰ੍ਹਾਂ ਜਦੋਂ ਸਿੱਖਾਂ ਨੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ, ਮਹਾਰਾਜ ਦੱਸੋ ਇਹ ਕੀ ਕੌਤਕ ਕੀਤਾ ਹੈ? ਫਿਰ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਜੀ ਸਿੱਖਾਂ ਦੀ ਬੇਨਤੀ ਸੁਣ ਕਰਕੇ ਮਹਾਰਾਜ ਦੱਸਣ ਲੱਗੇ, ਕਹਿਣ ਲੱਗੇ, ਪ੍ਰਥਮ ਜਨਮ ਮੈਂ ਪੰਡਤ ਦਿਜ ਇਹੋ, ਗੁਰੂ ਕਹਾਵਤ ਨਰ ਸਮਝਾਏ। ਸਤਿਗੁਰੂ ਜੀ ਕਹਿਣ ਲੱਗੇ, ਪਹਿਲੇ ਜਨਮ ਦੇ ਵਿੱਚ ਇਹ ਦਿਜ ਕਹੀਏ ਬਾਹਮਣ ਸੀ, ਪੰਡਤ ਸੀ, ਵਿਦਵਾਨ ਸੀ, ਬੜੀ ਭਾਰੀ ਵਿਦਿਆ ਪੜਿਆ ਹੋਇਆ ਸੀ। ਤੇ ਵਿਦਿਆ ਪੜਨ ਦਾ ਕਰਕੇ ਇਸ ਦੇ ਕੋਲ ਅਖਰੀ ਗਿਆਨ ਸੀ ਤੇ ਇਹ ਲੋਕਾਂ ਨੂੰ ਸਮਝਾਉਂਦਾ ਹੁੰਦਾ ਸੀ, ਉਪਦੇਸ਼ ਦਿੰਦਾ ਹੁੰਦਾ ਸੀ। ਗੁਰੂ ਬਣ ਗਿਆ, ਗੁਰੂ ਬਣ ਕਰਕੇ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ। ਹੰਕਾਰ ਤੇ ਅਫਰਿਓ ਨਿਤ ਪ੍ਰਤ, ਸਭਨ ਕੋ ਉਪਦੇਸ਼ ਬਤਾਏ। ਤੇ ਫਿਰ ਹੰਕਾਰ ਧਾਰਨ ਕਰਕੇ ਰੱਖਦਾ ਕਿ ਮੈਂ ਬੜਾ ਵਿਦਵਾਨ ਹਾਂ, ਮੈਂ ਬੜਾ ਗਿਆਨੀ ਹਾਂ, ਤੇ ਕਦੀ ਕਿਸੇ ਨੂੰ ਨਿਮਰਤਾ ਦੇ ਨਾਲ ਪੇਸ਼ ਨਹੀਂ ਸੀ ਆਇਆ। ਹੰਕਾਰ ਹੀ ਧਾਰਨ ਕਰਕੇ ਰੱਖ ਛੱਡਿਆ, ਹੰਕਾਰ ਦੇ ਨਾਲ ਆਫਰਿਆ ਰਿਹਾ ਏ। ਤੇ ਇਹ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, ਸਮਝਾਉਂਦਾ ਹੁੰਦਾ ਸੀ ਕਿ ਆਹ ਕੰਮ ਨਹੀਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਆਹ ਵਿਧਾਨ ਦਾ ਉਪਦੇਸ਼ ਹੈ, ਇਸ ਤਰ੍ਹਾਂ ਸਿਮਰਤੀਆਂ ਵਿੱਚ ਲਿਖਿਆ ਹੋਇਆ ਹੈ। ਇਸ ਤਰ੍ਹਾਂ ਇਹ ਉਪਦੇਸ਼ ਦੇ ਕਰਕੇ ਲੋਕਾਂ ਨੂੰ ਸਮਝਾਉਂਦਾ ਸੀ। ਮਤ ਵਿਦਾਂਤ ਕੋ ਭਾਉ ਭਗਤ ਤਜ, ਕਰਤ ਪਖੰਡ ਰਹਿਓ ਅਦਕਾਏ। ਕਹਿਣ ਲੱਗੇ ਵਿਦਾਨ ਦਾ ਮਤ ਨੇ ਧਾਰਨ ਕੀਤਾ ਹੋਇਆ ਸੀ, ਵਿਦਾਨ ਤੇ ਪੜਿਆ ਸੀ। ਵਿਦਾਂਤ ਪੜਨ ਦੇ ਨਾਲ ਚਾਰ ਗੱਲਾਂ ਆ ਗਈਆਂ, ਗਿਆਨ ਆ ਗਿਆ, ਆਖਰੀ ਗਿਆਨ ਆ ਗਿਆ, ਤੇ ਪ੍ਰੇਮਾ ਭਗਤੀ ਨੇ ਛੱਡ ਹੀ ਦਿੱਤੀ, ਜਿਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਸੀ। ਪ੍ਰੇਮਾ ਭਗਤੀ ਛੱਡ ਦਿੱਤੀ ਤੇ ਬੜਾ ਭਾਰੀ ਪਖੰਡ ਰਾਜ ਕਰਕੇ ਬੈਠ ਗਿਆ ਕਿ ਮੈਂ ਗੁਰੂ ਹਾਂ, ਮੈਂ ਸਾਰਿਆਂ ਨੂੰ ਉਪਦੇਸ਼ ਦੇਣ ਵਾਲਾ ਹਾਂ, ਮੈਂ ਹੀ ਪਾਰ ਉਤਾਰਾ ਕਰਨ ਵਾਲਾ ਹਾਂ। ਬੜਾ ਭਾਰੀ ਪਖੰਡ ਦਾ ਇਸਨੇ ਅਡੰਬਰ ਰਚਿਆ। ਆਹਾਂ ਬ੍ਰਹਮ ਕੋ ਬਦਨ ਬਖਾਨੈ, ਹਿਰਦੇ ਨਾ ਲੇਸ ਭਇਓ ਪ੍ਰਵੇਸ਼। ਤੇ ਜੋ ਵੇਦਾਂ ਦੇ ਚਾਰ ਵਾਕ ਹੈ, ਅਹੰ ਬ੍ਰਹਮ ਅਸਮੀ, ਇਹ ਕਹਿੰਦਾ ਹੁੰਦਾ ਸੀ ਕਿ ਅਹੰ ਬ੍ਰਹਮ ਦਾ ਅਰਥ ਹੈ ਕਿ ਮੈਂ ਬ੍ਰਹਮ ਹਾਂ, ਮੈਂ ਪਰਮੇਸ਼ਰ ਹਾਂ। ਆਪਣੇ ਮੁਖ ਤੋਂ ਇਸ ਤਰ੍ਹਾਂ ਲੋਕਾਂ ਨੂੰ ਕਿਹਾ ਕਰੇ ਕਿ ਮੈਂ ਪਰਮੇਸ਼ਰ ਹਾਂ, ਮੈਂ ਬ੍ਰਹਮ ਹਾਂ। ਤੇ ਪਰ ਜੋ ਪਰਮੇਸ਼ਰ ਦਾ ਗਿਆਨ ਸੀ, ਪਰਮੇਸ਼ਰ ਦਾ ਪ੍ਰਕਾਸ਼ ਸੀ, ਉਹ ਇਹਦੇ ਹਿਰਦੇ ਦੇ ਵਿੱਚ ਲੇਸ਼ ਮਤ ਵੀ ਨਹੀਂ ਸੀ। ਜਾਣਦਾ ਤੇ ਸੀ ਚਾਰ ਗੱਲਾਂ, ਤੇ ਆਪਣੇ ਆਪ ਦੇ ਗੁਰੂ ਬਣ ਕੇ ਬੈਠ ਗਿਆ, ਕਹਿਣਾ ਮੈਂ ਬ੍ਰਹਮ ਹਾਂ, ਮੈਂ ਪਰਮੇਸ਼ਰ ਹਾਂ। ਸੁਤ ਬਨਤਾ ਸੁਪ੍ਰੀਤ ਨਿਭਾਹਕ, ਸਭ ਤੇ ਧਨ ਲੈ ਕੀਨ ਵਿਸ਼ੇਸ਼। ਫੇਰ ਕਹਿੰਦੇ ਪੁੱਤਰਾਂ ਦੇ ਵਿੱਚ ਤੇ ਆਪਣੇ ਇਸਤਰੀ ਦੇ ਵਿੱਚ ਦੀ ਇੰਨੀ ਪ੍ਰੀਤੀ ਸੀ, ਮੋਹ ਦੇ ਵਿੱਚ ਖਚਤ ਹੋਇਆ ਪਿਆ ਸੀ, ਮੋਹ ਦੇ ਵਿੱਚ ਐ ਖੁਬਿਆ ਪਿਆ ਸੀ, ਹੰਕਾਰ ਦੇ ਵਿੱਚ ਤੇ ਮੋਹ ਦੇ ਵਿੱਚ। ਪਰਿਵਾਰ ਦੀ ਪ੍ਰੀਤੀ ਕਰਕੇ ਤੇ ਲੋਕਾਂ ਦੇ ਕੋਲੋਂ ਮੰਗ ਕਰਕੇ ਧਨ ਲੈਂਦਾ ਕਿ ਇੰਨੀ ਮਾਇਆ ਮੈਨੂੰ ਦਿਓ, ਤੁਹਾਡਾ ਭਲਾ ਹੋਵੇਗਾ, ਆਹ ਮਾਇਆ ਦਿਓ, ਇਸ ਕੰਮ ਦੇ ਵਾਸਤੇ ਤੁਹਾਡਾ ਪਾਰੇ ਉਤਾਰਾ ਹੋ ਜਾਵੇਗਾ, ਤੁਹਾਨੂੰ ਪ੍ਰਲੋਕ ਦੇ ਸੁੱਖ ਮਿਲਣਗੇ, ਸਵਰਗ ਦੀ ਪ੍ਰਾਪਤੀ ਹੋਵੇਗੀ। ਕਈ ਪ੍ਰਕਾਰ ਦੀਆਂ ਗੱਲਾਂ ਬਣਾ ਕਰਕੇ ਦੱਸਦਾ, ਪਰ ਗਿਆਨ ਤੇ ਕੋਈ ਹੈ ਨਹੀਂ ਸੀ। ਜਾਣਦਾ ਸੀ ਚਾਰ ਗੱਲਾਂ,
ਨਾ ਕੋਈ ਗਿਆਨ ਨਾ ਕੋਈ ਪ੍ਰਕਾਸ਼, ਤੇ ਲੋਕਾਂ ਦੇ ਕੋਲੋਂ ਧਨ ਲੈ ਲੈ ਕਰਕੇ ਆਪ ਸੁਖ ਲੈਣ ਲੱਗਾ, ਪਰਿਵਾਰ ਦੀ ਪ੍ਰਤਪਾਲਨਾ ਕਰਨ ਲੱਗਾ। ਸੰਤਨ ਆਗੇ ਨਿਮਰ ਹੋਏ ਨਹਿ, ਅਭਮਾਨੀ ਮਨ ਰਹੇ ਹਮੇਸ਼। ਤੇ ਸਦਾ ਹੀ ਹੰਕਾਰ ਦੇ ਨਾਲ ਆਕੜਿਆ ਰਹਿੰਦਾ। ਜੋ ਸੰਤ ਪਿਆਰੇ, ਰੱਬ ਦੇ ਪਿਆਰੇ ਸੀ, ਪਰਮੇਸ਼ਰ ਦਾ ਨਾਮ ਜਪਣ ਵਾਲੇ, ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਕਦੀ ਨਿਮਰਤਾ ਦੇ ਨਾਲ ਉਹਨਾਂ ਦੇ ਅੱਗੇ ਪੇਸ਼ ਆਇਆ ਹੀ ਨਾ, ਉਹਨਾਂ ਦਾ ਕਦੀ ਕੋਈ ਸਤਿਕਾਰ ਕੀਤਾ ਹੀ ਨਾ, ਕਦੀ ਰੱਬ ਦੇ ਪਿਆਰਿਆਂ ਦਾ ਬਚਨ ਸੁਣਿਆ ਹੀ ਨਾ। ਜਦੋਂ ਵੀ ਕੋਈ ਰੱਬ ਦਾ ਪਿਆਰਾ ਸੰਤ ਸਾਧੂ ਮਿਲਦਾ, ਉਸ ਦੇ ਨਾਲ ਗਿਆਨ ਦੀ ਚਰਚਾ ਕਰਨ ਦੇ ਵਾਸਤੇ ਬੈਠ ਜਾਣਾ, ਮੇਰੇ ਨਾਲ ਚਰਚਾ ਕਰੋ, ਸੰਤਾਂ ਦੀ ਨਰਾਦਰੀ ਕਰਕੇ ਭੇਜਦਾ ਹੁੰਦਾ ਸੀ। ਇਸ ਤਰ੍ਹਾਂ ਇਸਨੇ ਬੜਾ ਹੰਕਾਰ ਦੇ ਨਾਲ ਆਕੜਿਆ ਹੋਇਆ ਸੀ, ਆਫਰਿਆ ਹੋਇਆ ਸੀ। ਮੈਂ ਹੋ ਸਭ ਤੇ ਵੱਡੋ ਵਿਚਾਰਤ, ਮੈਂ ਵਿਦਿਆ ਪਠ ਲੀਨ ਅਸ਼ੇਸ਼। ਆਪਣੇ ਮਨ ਦੇ ਵਿੱਚ ਇਹਨੂੰ ਹੰਕਾਰ ਸੀ ਕਿ ਮੈਂ ਸਾਰਿਆਂ ਤੋਂ ਵੱਡਾ ਹਾਂ, ਮੈਂ ਸਾਰੀ ਵਿਦਿਆ ਪੜ੍ਹਦੀ, ਜਿਹੜੇ ਵਿਦਾਂਤ ਹੈ ਉਹ ਜਾਣਦਾ ਹਾਂ, ਮੈਂ ਸ਼ਾਸਤਰ ਜਾਣਦਾ ਹਾਂ, ਮੈਂ ਸਿਮਰਤੀਆਂ ਨੂੰ ਜਾਣਦਾ ਹਾਂ, ਤੇ ਕੌਣ ਹੈ ਮੇਰੇ ਨਾਲ ਚਰਚਾ ਕਰ ਸਕਦਾ, ਮੇਰੇ ਕੋਲ ਬੜਾ ਭਾਰੀ ਗਿਆਨ ਹੈ, ਆਪਣੇ ਆਪ ਨੂੰ ਬੜਾ ਵੱਡਾ ਜਾਣਦਾ ਸੀ। ਤੇ ਇਹ ਸਮਝਦਾ ਸੀ ਕਿ ਮੈਂ ਸਾਰੀ ਵਿਦਿਆ ਜਿਹੜੀ ਪੜ੍ਹਦੀ ਤੇ ਗਿਆਨ ਸਾਰਾ ਮੇਰੇ ਕੋਲ ਹੈ। ਅਪਰ ਲੋਕ ਵਿਦਿਆ ਨਹਿ ਜਾਣੈ, 300 ਨਿਮਰ ਬਨੋ ਕਿਸ ਭਾਏ। ਇਹ ਮਨ ਦੇ ਸੋਚਦਾ ਕਿ ਹੋਰ ਜਿਹੜੇ ਲੋਕ ਨੇ ਉਹ ਮੂਰਖ ਨੇ ਤੇ ਵਿਦਿਆ ਤੇ ਜਾਣਦੇ ਨਹੀਂ ਹੈ, ਕੋਈ ਗਿਆਨ ਨਹੀਂ ਜਾਣਦੇ, ਤੇ ਮੈਂ ਨਿਮਰਤਾ ਦੇ ਨਾਲ ਇਹਨਾਂ ਦੇ ਅੱਗੇ ਕਿਉਂ ਪੇਸ਼ ਆਵਾਂ, ਮੈਂ ਕਿਉਂ ਇਹਨਾਂ ਦਾ ਸਤਿਕਾਰ ਕਰਾਂ, ਇਹ ਲੋਕ ਮੇਰਾ ਸਤਿਕਾਰ ਕਰਨ, ਕਿਉਂ ਕਰਕੇ ਮੈਂ ਵੱਡਾ ਹਾਂ, ਮੈਂ ਗਿਆਨ ਜਾਣਦਾ ਹਾਂ। ਇਸ ਤਰ੍ਹਾਂ ਇਹ ਆਪਣੇ ਮਨ ਦੇ ਸੋਚਦਾ ਕਿ ਸਾਰੇ ਲੋਕ ਜਿਹੜੇ ਮੂਰਖ ਨੇ, ਇਹਨਾਂ ਨੂੰ ਕਿਸੇ ਵਿਦਿਆ ਦਾ ਪਤਾ ਨਹੀਂ, ਕੋਈ ਗਿਆਨ ਦਾ ਪਤਾ ਨਹੀਂ, ਕੋਈ ਮਰਜ਼ਾਦਾ ਦਾ ਪਤਾ ਨਹੀਂ, ਕੋਈ ਕਰਮ ਦਾ ਪਤਾ ਨਹੀਂ, ਇਹ ਲੋਕ ਸਾਰੇ ਮੂਰਖ ਨੇ। ਆਪਣੇ ਆਪ ਨੂੰ ਸਿਆਣਾ ਸਮਝਦਾ ਇਹ ਜੋ ਗੁਰੂ ਬਣਿਆ ਬੈਠਾ ਸੀ। ਲਾਗ ਮਤ ਹੈ ਆਸੇ ਨ ਜਾਣਤ, ਮੈਂ ਸਭਨ ਕੋ ਪੰਥ ਬਤਾਏ। ਇਹ ਸੋਚਦਾ ਕਿ ਇਹ ਜੋ ਲੋਕ ਨੇ ਥੋੜੀ ਮਤ ਵਾਲੇ ਨੇ, ਇਹਨਾਂ ਨੂੰ ਮਤ ਨਹੀਂ ਹੈ, ਇਹਨਾਂ ਨੂੰ ਕਿਸੇ ਪ੍ਰਕਾਰ ਅਕਲ ਨਹੀਂ ਹੈ, ਤੇ ਇਹ ਜੋ ਸਿਧਾਂਤ ਹੈ ਨਾ, ਆਸ਼ਾ ਹੈ ਪਰਮੇਸ਼ਰ ਦਾ ਜੋ ਗਿਆਨ ਹੈ, ਇਹ ਸਮਝ ਨਹੀਂ ਸਕਦੇ, ਤੇ ਮੈਂ ਗਿਆਨ ਸਮਝਿਆ ਹੋਇਆ ਹੈ, ਤੇ ਮੈਂ ਇਹਨਾਂ ਨੂੰ ਰਸਤਾ ਦੱਸ ਰਿਹਾ ਹਾਂ ਪਰਮੇਸ਼ਰ ਨੂੰ ਮਿਲਣ ਦਾ, ਕਿ ਇਸ ਤਰ੍ਹਾਂ ਪਰਮੇਸ਼ਰ ਨੂੰ ਮਿਲਣਾ ਹੈ, ਆਹ ਮਰਜ਼ਾਦਾ ਹੈ, ਆਹ ਕਰਮ ਕਰੋ, ਮੈਂ ਸਾਰਾ ਸਮਝਾ ਰਿਹਾ ਹਾਂ, ਤੇ ਮੈਂ ਹੀ ਸਾਰਿਆਂ ਤੋਂ ਵੱਡਾ ਹਾਂ। ਸਿੱਖ ਕਰੇ ਬਹੁ ਸੇਵ ਨਾ ਠਾਨੈ, ਆਹ ਬ੍ਰਹਮ ਸੋ ਬਚਨ ਅਲਾਏ। ਇਸ ਨੇ ਬੜੇ ਆਪਣੇ ਚੇਲੇ ਅੱਗੇ ਬਣਾ ਲਏ, ਸਿੱਖ ਜਿਹੜੇ ਸੀ ਬਣਾ ਲੈਣਾ ਕੀਤੇ, ਉਹਨਾਂ ਦੇ ਕੋਲੋਂ ਧਨ ਲੈ ਲੈ ਕਰਕੇ ਦੇ ਪਰਿਵਾਰ ਦੀ ਪ੍ਰਤਪਾਲਨਾ ਕਰਨ ਲੱਗਾ, ਆਪ ਮੌਜ ਲੈਣ ਲੱਗਾ, ਖਾਣ ਲੱਗਾ, ਆਪ ਗੁਰੂ ਬਣ ਕੇ ਬੈਠ ਗਿਆ, ਦੇ ਲੋਕ ਜਿਹੜੇ ਸੀ ਚੇਲੇ ਬਣਾ ਲਏ। ਤੇ ਪਰ ਕਦੀ ਸੇਵਾ ਨਹੀਂ ਸੀ ਇਸਨੇ ਕੀਤੀ, ਕਦੀ ਸਿਮਰਨ ਨਹੀਂ ਸੀ ਕੀਤਾ, ਕਦੀ ਨਿਮਰਤਾ ਦੇ ਸਹਿਤ ਨਹੀਂ ਸੀ ਹੋਇਆ, ਕਦੀ ਕਿਸੇ ਦਾ ਭਲਾ ਨਹੀਂ ਸੀ ਕੀਤਾ। ਤੇ ਇਹੋ ਹੀ ਬਚਨ ਕਹਿਣਾ ਕਿ ਅਹੰ ਬ੍ਰਹਮ, ਮੈਂ ਬ੍ਰਹਮ ਹਾਂ, ਮੈਂ ਪਰਮੇਸ਼ਰ ਹਾਂ, ਇਸ ਤਰ੍ਹਾਂ ਮੁਖ ਤੋਂ ਬਚਨ ਕਹਿੰਦਾ ਰਹਿੰਦਾ। ਨਿਸਚਾ ਨਹੀਂ ਰਿਦੇ ਮੈਂ ਜਿਸ ਕੇ, ਭਾਉ ਭਗਤ ਮੈਂ ਮੰਦ ਸੁਭਾਏ। ਤੇ ਪਰ ਜੋ ਪਰਮੇਸ਼ਰ ਦੀ ਪ੍ਰੇਮਾ ਭਗਤੀ ਸੀ, ਜਿਸ ਦੇ ਨਾਲ ਪਾਰ ਉਤਾਰਾ ਹੋਣਾ ਸੀ, ਉਸ ਤੋਂ ਤੇ ਕੋਹਾਂ ਦੂਰ ਸੀ, ਨਿਸ਼ਚੈ ਨਹੀਂ ਸੀ, ਕੋਈ ਯਕੀਨ ਹੀ ਨਹੀਂ ਸੀ, ਪ੍ਰੇਮਾ ਭਗਤੀ ਬਾਰੇ ਪਤਾ ਹੀ ਨਹੀਂ ਸੀ। ਤੇ ਇਹ ਬੜਾ ਮੰਦ ਸੁਭਾਅ, ਖੋਟੇ ਸੁਭਾਅ ਵਾਲਾ ਸੀ, ਬੜਾ ਨਿਰਾਦਰ ਕਰਦਾ ਸੀ ਸੰਤਾਂ ਦਾ, ਸਾਧੂਆਂ ਦਾ, ਲੋਕਾਂ ਨੂੰ ਕੌੜੇ ਬਚਨ ਬੋਲਦਾ ਹੁੰਦਾ ਸੀ। ਭਇਓ ਕਾਲ ਬਸ ਅਹੰਕਾਰ ਜੁਤ, ਸਰਪ ਜੂਨ ਪਾਈ ਬਿਕਰਾਲ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕਵੀ ਜੀ ਕਹਿੰਦੇ ਸਮਾਂ ਬੀਤਦਾ ਗਿਆ, ਤੇ ਸਮਾਂ ਬੀਤਣ ਦੇ ਨਾਲ ਹੰਕਾਰ ਇਸ ਦਾ ਵੱਧਦਾ ਗਿਆ, ਮੋਹ ਵੱਧਦਾ ਗਿਆ, ਹੰਕਾਰ ਦੇ ਵਿੱਚ ਗਰਸਿਆ ਆ, ਮੋਹ ਦੇ ਵਿੱਚ ਖਚਤ ਹੋਇਆ, ਇਹ ਕਾਲ ਦੇ ਵਸ ਹੋ ਗਿਆ, ਇਸ ਦੀ ਮੌਤ ਹੋ ਗਈ। ਤੇ ਜਦੋਂ ਮੌਤ ਹੋ ਗਈ ਤੇ ਪਾਰ ਉਤਾਰਾ ਕਿੱਥੋਂ ਹੋਣਾ ਸੀ, ਜਦੋਂ ਕੋਈ ਜਪ ਤਪ ਕੀਤਾ ਹੀ ਨਹੀਂ, ਕੋਈ ਪ੍ਰੇਮਾ ਭਗਤੀ ਕੀਤੀ ਨਹੀਂ, ਹੰਕਾਰ ਧਾਰਨ ਕਰ ਛੱਡਿਆ, ਲੋਕਾਂ ਤੋਂ ਲੈ ਲੈ ਕਰਕੇ ਤੇ ਆਪ ਮੌਜਾਂ ਮਾਣਦਾ ਰਿਹਾ। ਤੇ ਫਿਰ ਜਿਹੜਾ ਦੂਸਰਾ ਜਨਮ ਸੀ, ਇਸ ਨੂੰ ਸੱਪ ਦਾ ਪ੍ਰਾਪਤ ਹੋ ਗਿਆ। ਸਿੱਖਿਅਨ ਕੀ ਗਤ ਕਰ ਨਾ ਸਕਿਓ ਕੁਛ, ਸੋ ਪਪੀਲ ਕਾ ਹਵੈ ਕਰ ਜਾਲ। ਤੇ ਜਿਹੜੇ ਸਿੱਖ ਇਸ ਦੇ ਭਰੋਸੇ ਦੇ ਇਸ ਦੇ ਨਾਲ ਰਹੇ, ਇਸ ਦੀ ਸੇਵਾ ਕਰਦੇ ਰਹੀ, ਗੁਰੂ ਤੇ ਜਦੋਂ ਆਪ ਡੁੱਬ ਗਿਆ, ਸਿੱਖਾਂ ਦੀ ਗਤ ਕਿੰਨੇ ਕਰਨੀ ਸੀ, ਇਹ ਸੱਪ ਬਣ ਗਿਆ। ਤੇ ਜਿਹੜੇ ਸਿੱਖਾਂ ਤੋਂ ਲੈ ਲੈ ਕਰਕੇ ਖਾਂਦਾ ਰਿਹਾ ਸੀ, ਚੇਲਿਆਂ ਤੋਂ ਲੈ ਲੈ ਕਰਕੇ ਖਾਂਦਾ ਰਿਹਾ ਸੀ, ਉਹ ਹਿਸਾਬ ਕਿਤਾਬ ਤੇ ਦੇਣਾ ਪੈਣਾ ਸੀ। ਉਹ ਫਿਰ ਜਿਹੜੇ ਇਸ ਦੇ ਚੇਲੇ ਚਾਟੜੇ ਸੀ, ਸਿੱਖ ਬਣੇ ਹੋਏ ਸੀ, ਇਸ ਤੋਂ ਸਿੱਖਿਆ ਲੈਂਦੇ ਸੀ,
ਉਹ ਫਿਰ ਕਵੀ ਜੀ ਕਹਿੰਦੇ ਕੀੜਿਆਂ ਦਾ ਉਹਨਾਂ ਨੇ ਸਰੀਰ ਮਿਲ ਗਿਆ, ਕੀੜਿਆਂ ਦੀ ਜੂਨ ਮਿਲ ਗਈ। ਉਹ ਕੀੜੇ ਬਣ ਕੇ ਤੇ ਇਸ ਦਾ ਮਾਸ ਕੱਟ ਕੱਟ ਕਰਕੇ ਖਾਣ ਲੱਗੇ। ਜਿਨ ਤੇ ਧਨ ਲੈ ਭਲੋ ਨ ਕੀਏ, ਸੋ ਕਾਟਤ ਹੈ ਮਾਸ ਕਰਾਲ। ਜਿਨ੍ਹਾਂ ਤੋਂ ਧਨ ਲੈ ਕਰਕੇ ਤੇ ਸੁਖ ਲੈ ਲਿਆ, ਭਲਾ ਉਹਨਾਂ ਦਾ ਕੀਤਾ ਹੀ ਨਾ, ਉਹ ਫਿਰ ਇਸ ਦਾ ਮਾਸ ਕੱਟ ਕੱਟ ਕਰਕੇ ਖਾਣ ਲੱਗੇ, ਬਦਲਾ ਲੈਣ ਲੱਗੇ ਇਸ ਤੋਂ। ਪਖਨ ਕਰਤ ਦੇਤ ਬੜ ਸੰਕਟ, ਪਲਟੂ ਆਪਣੋ ਦੇਤ ਵਿਸ਼ਾਲ। ਇਹ ਜਿਹੜਾ ਬਦਲਾ ਸੀ ਦੇਣ ਲੱਗਾ, ਉਹਨਾਂ ਦਾ ਹਿਸਾਬ ਕਿਤਾਬ ਸੀ ਜੋ, ਉਹ ਫਿਰ ਇਸ ਦਾ ਮਾਸ ਕੱਟ ਕੱਟ ਕਰਕੇ ਖਾਣ ਲੱਗੇ ਕਿ ਤੂੰ ਸਾਡੇ ਤੋਂ ਖਾਂਦਾ ਰਿਹਾ ਹੈ, ਦੇ ਸਾਡਾ ਹੁਣ। ਕਿਉਂ ਕਰਕੇ ਲੈਣਾ ਦੇਣਾ ਜੋ, ਇਸੇ ਕਰਕੇ ਕਹਿੰਦੇ ਅਗਲੇ ਜਨਮ ਤੱਕ ਨਹੀਂ ਮੁੱਕਦਾ, ਕਈ ਸਾਗੀਆਂ ਆਉਂਦੀਆਂ ਹੈ। ਜਿਹੜਾ ਵੀ ਕਿਸੇ ਤੋਂ ਲੈ ਕਰਕੇ ਖਾਣਾ ਹੈ ਉਹ ਦੇਣਾ ਪੈਣਾ ਹੈ। ਇਹ ਹੁਣ ਕਵੀ ਜੀ ਕਹਿੰਦੇ ਕਿ ਜਿਹੜਾ ਉਹਨਾਂ ਦੇ ਕੋਲੋਂ ਲਿਆ ਸੀ ਲੈ ਕਰਕੇ ਤੇ ਮਾਇਆ ਲੈ ਕਰਕੇ ਧਨ ਲੈ ਕਰਕੇ ਵਰਤਿਆ ਸੀ, ਸੁੱਖ ਲੈ ਲਿਆ ਆਪ ਤੇ ਭਲਾ ਨਾ ਕਰ ਸਕਿਆ ਕਿਸੇ ਦਾ ਕੋਈ ਲੇਸ ਮਾਤਰ ਵੀ, ਉਹ ਜਿਹੜੇ ਸੀ ਉਹ ਮਾਸ ਕੱਟ ਕੱਟ ਕਰਕੇ ਇਹਦਾ ਖਾਣ ਲੱਗੇ। ਮਿਰਤਕ ਹੋਤ ਅਬ ਦੁਖ ਕਰਾਲ ਤੇ, ਮੇਰੂ ਦਰਸ਼ਨ ਪਾਵਨ ਕੀਨ। ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਦੇਵਤੇ ਬਿਮਾਨ ਲੈ ਕਰਕੇ ਆਏ ਨੇ, ਦੀ ਰੂਹ ਜਿਹੜੀ ਸਵਰਗਾਂ ਨੂੰ ਗਈ ਹੈ, ਇਹਨੇ ਸੰਗਤ ਦੇ ਦਰਸ਼ਨ ਕੀਤੇ, ਸਿੱਖਾਂ ਦੇ ਦਰਸ਼ਨ ਕੀਤੇ ਹੈ। ਇਸ ਕਰਕੇ ਇਹ ਮਹਾਨ ਜਿਹਾ ਦੁੱਖ ਸੀ ਇਸ ਨੂੰ, ਇਹ ਬੜਾ ਦੁਖੀ ਹੋ ਰਿਹਾ ਸੀ। ਇਸ ਤੋਂ ਇਸ ਦਾ ਛੁਟਕਾਰਾ ਹੋ ਗਿਆ ਸਾਡੇ ਦਰਸ਼ਨ ਕਰਨ ਦੇ ਨਾਲ, ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਦੇ ਨਾਲ। ਸ਼ੁਭ ਗਤ ਕੋ ਇਹ ਪ੍ਰਾਪਤ ਹੋਵਾ, ਪੂਰਬ ਜਨਮ ਭਏ ਆਗਹੀਨ। ਸਤਿਗੁਰੂ ਜੀ ਕਹਿੰਦੇ ਵੀ ਇਹ ਹੁਣ ਸ਼ੁਭ ਗਤੀ ਨੂੰ ਪ੍ਰਾਪਤ ਹੋ ਗਿਆ ਹੈ ਤੇ ਪਿਛਲੇ ਕੀਤੇ ਹੋਏ ਇਸ ਦੇ ਜਿਹੜੇ ਪਾਪ ਹੈ ਉਹ ਦਰਸ਼ਨ ਕਰਨ ਦੇ ਨਾਲ, ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਦੇ ਨਾਲ, ਸਿੱਖਾਂ ਦੇ ਦਰਸ਼ਨ ਕਰਨ ਦੇ ਨਾਲ, ਸਾਡੇ ਦਰਸ਼ਨ ਕਰਨ ਦੇ ਨਾਲ ਇਸ ਦੇ ਸਾਰੇ ਪਾਪ ਨਾਸ ਹੋ ਗਏ ਨੇ। ਬਿਨਾ ਗਿਆਨ ਜਗ ਗੁਰੂ ਕਹਾਵਤ, ਸੰਕਟ ਘੋਰ ਲਹੇ ਸੁਖਸ਼ੀਨ। ਸਤਿਗੁਰੂ ਜੀ ਕਹਿਣ ਲੱਗੇ ਗਿਆਨ ਕੋਈ ਕਿਉਲ ਹੋਵੇ ਹੀ ਨਾ ਤੇ ਉਹ ਬਣ ਜਾਵੇ ਗੁਰੂ ਆ ਕਰਕੇ, ਤੇ ਫਿਰ ਅੰਤ ਦੇ ਸਮੇਂ ਤੇ ਉਸ ਨੂੰ ਕੋਈ ਸੁੱਖ ਸਾਰੇ ਨਾਸ ਹੋ ਜਾਣਗੇ ਤੇ ਬੜਾ ਭਾਰੀ ਦੁੱਖ ਸਹਿਣਾ ਪਵੇਗਾ। ਸਤਿਗੁਰਾਂ ਦੀ ਗੁਰਬਾਣੀ ਦੇ ਬਚਨ ਨੇ ਕਿ ਗੁਰੂ ਜਿਨ੍ਹਾਂ ਕਾ ਅੰਧੁਲਾ, ਅੰਧੇ ਕੱਚੇ ਗੁਰ ਤੇ ਮੁਕਤ ਨਾ ਹੁਆ, ਕਿ ਜਿਨ੍ਹਾਂ ਦਾ ਗੁਰੂ ਅੰਨਾ, ਜਿਸ ਗੁਰੂ ਦੇ ਕੋਲ ਗਿਆਨ ਤੇ ਵਿਰਾਗ ਦੇ ਨੇਤਰ ਨਹੀਂ, ਸਿੱਖਾਂ ਦਾ ਕਿੱਥੋਂ ਭਲਾ ਕਰ ਦੇਵੇਗਾ। ਹੁਣ ਗੁਰੂ ਸਾਹਿਬ ਜੀ ਸਿੱਖਾਂ ਨੂੰ ਕਹਿ ਰਹੇ ਆ ਕਿ ਗੁਰੂ ਜਿਹੜੇ ਬਣ ਜਾਂਦੇ ਨੇ ਤੇ ਪਰ ਗਿਆਨ ਕੋਲ ਹੁੰਦਾ ਨਹੀਂ ਹੈ, ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ, ਪ੍ਰੇਮਾ ਭਗਤੀ ਨਹੀਂ, ਤੇ ਉਹ ਜਿੰਨੇ ਮਰਜ਼ੀ ਸੁਖੀ ਹੋਣ ਉਹ ਸਾਰੇ ਸੁਖ ਉਹਨਾਂ ਦੇ ਨਾਸ ਹੋ ਜਾਣਗੇ ਤੇ ਬੜਾ ਭਾਰੀ ਸੰਕਟ ਉਹਨਾਂ ਨੂੰ ਇਸ ਦੇ ਵਾਂਗ ਲੈਣਾ ਪਵੇਗਾ, ਦੁੱਖ ਝੱਲਣਾ ਪਵੇਗਾ। ਕਾਚੇ ਗੁਰ ਕੀ ਸਿੱਖ ਹਵੇਂ ਜਗ ਮੈਂ, ਮਾਨੁਖ ਜਨਮ ਬਾਦ ਤੈਨ ਚੀਨ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਸਿੱਖ ਆ ਨਾ, ਕੱਚੇ ਗੁਰੂਆਂ ਨੂੰ ਗੁਰੂ ਧਾਰ ਲੈਂਦੇ ਆ, ਜਿਨ੍ਹਾਂ ਨੂੰ ਆਪ ਕੋਈ ਗਿਆਨ ਨਹੀਂ ਹੈ, ਉਹ ਸਮਝਣ ਕਿ ਸਾਡਾ ਜਿਹੜਾ ਮਨੁੱਖਾ ਜਨਮ ਹੈ ਵਿਅਰਥ ਹੀ ਚਲੇ ਗਿਆ ਹੈ, ਕਿਸੇ ਅਰਥ ਵੀ ਨਹੀਂ ਆਇਆ। ਸਹਿਤ ਸਿੱਖ ਕੇ ਗੁਰੂ ਗਿਆਨ ਬੈਨ, ਸੰਕਟ ਘੋਰ ਅੰਤ ਕੋ ਪਾਏ। ਤੇ ਜਿਹੜੇ ਸਿੱਖਾਂ ਦੇ ਸਮੇਤ ਹੀ ਜਿਹੜਾ ਗੁਰੂ ਹੈ ਉਹ ਨਰਕਾਂ ਨੂੰ ਜਾਣਗੇ, ਅੰਤ ਦੇ ਮੌਕੇ ਤੇ ਬੜਾ ਭਾਰੀ ਦੁੱਖ ਪਾਉਣਗੇ। ਕਿਉਂ ਕਰਕੇ ਕਬੀਰ ਦੇ ਬਚਨ ਹੈ ਕਿ ਆਪ ਡੁੱਬੇ ਚਹੁ ਵੇਦ ਮਹਿ ਚੇਲੇ ਦੀਏ ਬਹਾਏ। ਇਹ ਵੀ ਪੜਿਆ ਤੇ ਵੇਦ ਹੀ ਸੀ ਤੇ ਵੇਦਾਂ ਵਿੱਚ ਆਪ ਡੁੱਬ ਗਿਆ, ਨਾਲ ਹੀ ਚੇਲੇ ਰੋੜ ਕਰਕੇ ਲੈ ਗਿਆ। ਗਿਆਨ ਤੋਂ ਬਿਨਾਂ ਜਿਹੜੇ ਗੁਰੂ ਧਾਰਨ ਕਰ ਲੈਂਦੇ ਸਿੱਖਾਂ ਦੇ ਸਮੇਤ ਗੁਰੂ ਵੀ, ਬੜਾ ਭਾਰੀ ਦੁੱਖ ਝੱਲਣਾ ਪਵੇਗਾ, ਬੜਾ ਭਾਰੀ ਸੰਕਟ ਝੱਲਣਾ ਪਵੇਗਾ। ਤਾਂ ਤੇ ਭੋ ਸੰਗਤ ਸਭ ਸੁਣੀਏ, ਪੂਜਾ ਅੰਸ ਨਾ ਲਿਹੋ ਕਬ ਖਾਏ। ਸਤਿਗੁਰੂ ਜੀ ਕਹਿਣ ਲੱਗੇ ਵੀ ਸਾਰੀ ਸੰਗਤਾਂ ਨੂੰ, ਸਾਡੇ ਸਿੱਖਾਂ ਨੂੰ ਉਪਦੇਸ਼ ਹੈ ਕਿ ਜੇ ਕੋਈ ਸੇਵਾ ਸਿਮਰਨ ਨਹੀਂ ਕਰਦੇ, ਕਿਸੇ ਦਾ ਭਲਾ ਨਹੀਂ ਕਰ ਸਕਦੇ, ਤੇ ਪੂਜਾ ਦੀ ਅੰਸ ਲੈ ਕਰਕੇ ਨਾ ਕਿਤੇ ਖਾਓ, ਜ਼ਹਿਰ ਦੇ ਬਰਾਬਰ ਜੇ। ਆਪਣੇ ਪਰਿਵਾਰ ਦੀ ਪ੍ਰਤਪਾਲਨਾ ਕਰਨੀ ਤੇ ਲੈ ਲੈ ਲੋਕਾਂ ਤੋਂ ਪੈਸੇ ਖਾਈ, ਜਿਹਨੇ ਭਲਾ ਕਰਨਾ ਨਾ, ਸੇਵਾ ਸਿਮਰਨ ਕੋਲ ਹੋਣਾ ਹੀ ਨਾ। ਸਤਿਗੁਰੂ ਜੀ ਕਹਿਣ ਲੱਗੇ ਕਦੀ ਵਾਸਤੇ ਸਾਡੇ ਸਿੱਖੇ ਨਾ ਖਾਣ। ਹੋਏ ਦੁਖਦ ਕੋ ਬਨੇ ਸਹਾਏ ਨਾ, ਬਹੁਤ ਬਸੂਰੈ ਜਮ ਬਸ ਪਾਏ। ਜਿਹੜਾ ਇਸ ਤਰ੍ਹਾਂ ਕਰੇਗਾ, ਸਤਿਗੁਰੂ ਜੀ ਕਹਿੰਦੇ ਬੜਾ ਵੱਡਾ ਦੁੱਖ ਸਵੇਗਾ, ਉਹ ਕੋਈ ਸਹਾਇਤਾ ਨਹੀਂ ਕਰੇਗਾ। ਕਿਉਂ ਕਰਕੇ ਖਾਂਦਾ ਰਿਹਾ, ਸਹਾਇਤਾ ਕੌਣ ਕਰੇ। ਤੇ ਅੰਤ ਦੇ ਮੌਕੇ ਤੇ ਬੜਾ ਭਾਰੀ ਝੂਰਨਾ ਪਵੇਗਾ, ਪਛੋਤਾਉਣਾ ਪਵੇਗਾ ਤੇ ਜਮਾਂ ਦੇ ਵਸ ਪੈਣਾ ਪਵੇਗਾ। ਧਰਮ ਕਿਰਤ ਕਰ ਸੰਤਨ ਸੇਵੈ, ਤਿਸ ਕੋ ਮੈਂ ਸਭ ਥਾਨ ਸਹਾਏ। ਤੇ ਫੇਰ ਸਿੱਖ ਕਹਿਣ ਲੱਗੇ ਮਾਰੇ ਕੀ ਕਰਨਾ ਚਾਹੀਦਾ। ਗੁਰੂ ਹਰਿ ਸਾਹਿਬ ਕਹਿਣ ਲੱਗੇ ਕਿ ਧਰਮ ਦੀ ਕਿਰਤ ਕਰਨੀ ਚਾਹੀਦੀ, ਸਿੱਖਾਂ ਨੂੰ ਮਿਹਨਤ ਦੀ ਕਮਾਈ ਕਰਨੀ ਚਾਹੀਦੀ, ਮਿਹਨਤ ਮਜ਼ਦੂਰੀ ਦਾ ਪੈਸਾ ਸਿੱਖਾਂ ਦੇ ਕੋਲ ਹੋਣਾ ਚਾਹੀਦਾ ਹੈ।
ਪਰ ਧਰਮ ਦੀ ਕਿਰਤ ਹੋਵੇ, ਮਿਹਨਤ ਦੀ ਕਮਾਈ ਹੋਵੇ ਤੇ ਉਹਦੇ ਵਿੱਚੋਂ ਸੰਤਾਂ ਦੀ ਸਿੱਖਾਂ ਦੀ ਸੇਵਾ ਕਰੇ। ਤੇ ਜਿਹੜਾ ਇਸ ਤਰ੍ਹਾਂ ਕਰੇਗਾ, ਸਿੱਖਾਂ ਦੀ ਸੇਵਾ ਕਰੇਗਾ, ਧਰਮ ਦੀ ਕਿਰਤ ਕਰੇਗਾ, ਵੰਡ ਛਕੇਗਾ, ਅੰਤ ਦੇ ਮੌਕੇ ਤੇ ਅਸੀਂ ਸਹਾਇਤਾ ਕਰਾਂਗੇ, ਉਸ ਸਿੱਖ ਨੂੰ ਕੋਈ ਦੁੱਖ ਨਹੀਂ ਆਉਣ ਦੇਵਾਂਗੇ। ਦੋਹਰਾ ਦੇ ਕਰ ਇਸ ਉਪਦੇਸ਼ ਕੋ ਕਾਨਨ ਤੇ ਗ੍ਰਹਿ ਆਏ। ਇਸ ਤਰ੍ਹਾਂ ਸਤਿਗੁਰੂ ਜੀ ਸਾਰੇ ਸਿੱਖਾਂ ਨੂੰ ਉਪਦੇਸ਼ ਦੇ ਕਰਕੇ ਤੇ ਸਾਰਾ ਜੋ ਉਸ ਪੰਡਤ ਦਾ ਹਾਲ ਸੀ, ਵਿਦਵਾਨ ਦਾ ਹਾਲ ਸੀ, ਗੁਰੂ ਬਣਿਆ ਬੈਠਾ ਸੀ, ਜੋ ਸਾਰਾ ਉਹ ਪ੍ਰਸੰਗ ਜਿਹੜਾ ਸੀ ਸਿੱਖਾਂ ਨੂੰ ਦੱਸ ਕਰਕੇ, ਉਪਦੇਸ਼ ਦੇ ਕਰਕੇ ਸਤਿਗੁਰੂ ਜੀ ਜੰਗਲ ਦੇ ਵਿੱਚੋਂ ਆਪਣੇ ਗ੍ਰਹਿ ਕਹੀਏ ਕੀਰਤਨਪੁਰ ਸਾਹਿਬ ਦੇ ਵਿੱਚ ਆਪਣੇ ਪੜਾਅ ਤੇ ਆਏ। ਸਭ ਬਿਸਮੇ ਹੋਏ ਕਹਿਤ ਭੇ ਤਨ ਗੁਰੂ ਹਰਿ ਰਾਏ। ਸਾਰੇ ਸਿੱਖਾਂ ਦੇ ਕੋਲੋਂ ਸੁਣ ਕਰਕੇ ਤੇ ਬੜੇ ਹੈਰਾਨ ਹੋਏ। ਸਾਰੇ ਕਹਿਣ ਲੱਗੇ ਧੰਨ ਹੈ ਸ੍ਰੀ ਗੁਰੂ ਹਰਿ ਸਾਹਿਬ ਜੀ ਮਹਾਰਾਜ, ਧੰਨ ਹੋ ਆਪ ਜੀ, ਕਿਰਪਾ ਕਰਦੇ ਹੋ, ਕਿਰਪਾ ਕਰਕੇ ਸਾਡੇ ਦੇ ਤਰਸ ਕਰਕੇ ਇਹੋ ਜਿਹੇ ਉਪਦੇਸ਼ ਸਾਨੂੰ ਬਖਸ਼ਦੇ ਹੋ, ਸ਼ੁਭ ਸਿੱਖਿਆ ਸਾਨੂੰ ਦਿੰਦੇ ਹੋ ਮਹਾਰਾਜ, ਧੰਤਾ ਦੇ ਯੋਗ ਹੋ ਆਪ ਜੀ। ਸਾਰੇ ਸਿੱਖਾਂ ਨੇ ਇਸ ਤਰ੍ਹਾਂ ਸਤਿਗੁਰਾਂ ਦੀ ਵਡਿਆਈ ਕੀਤੀ। ਇੱਥੋਂ ਤੱਕ ਸਤਿਗੁਰਾਂ ਦੀ ਜੋ ਪ੍ਰਕਰਨ ਆਰੰਭ ਕੀਤਾ ਸੀ, ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਆਈ ਹੈ। ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਅਗਾਧ ਬੋਧ ਸਮੁੰਦਰ ਦੀ ਨਿਆਈ ਹੈ। ਤੁਛ ਬੁੱਧੀ ਦੇ ਅਨੁਸਾਰ ਬੇਨਤੀਆਂ ਕੀਤੀਆਂ ਹੈ। ਸਤਿਗੁਰਾਂ ਦਾ ਗੁਰ ਇਤਿਹਾਸ ਕਹਿੰਦਿਆਂ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਐ। ਆਪ ਸਰਬੱਤ ਸੰਗਤ ਬਖਸ਼ਣ ਜੋਗ ਬਖਸ਼ ਲੈਣਾ, ਅੱਗੇ ਤੋਂ ਸਮੱਤ ਬਖਸ਼ਣੀ। ਆਪ ਸਰਬੱਤ ਸੰਗਤਾਂ ਦੇ ਪਾਸ ਬੇਨਤੀ ਹੈ ਕਿ ਗੁਰੂ ਕਾ ਜੋ ਹੁਕਮ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਦੇ ਮਨ ਬਣੇ ਹੋਏ ਆ ਅੰਮ੍ਰਿਤ ਛਕਣ ਦੇ ਵਾਸਤੇ, ਜਿਨ੍ਹਾਂ ਨੇ ਤਿਆਰੀ ਕੀਤੀ ਹੋਈ ਹੈ, ਉਹ ਆ ਕਰਕੇ ਦਫ਼ਤਰ ਦੇ ਵਿੱਚ ਆਪਣੇ ਨਾਂ ਲਿਖਾਉਣ। ਕਿਉਂ ਕਰਕੇ ਅੰਮ੍ਰਿਤ ਗੁਰੂ ਕਾ ਹੁਕਮ ਹੈ, ਇਸ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ। ਕਿਉਂ ਛਕਣਾ ਹੈ, ਕੀ ਕਰਨ ਨੂੰ ਛਕਣਾ ਹੈ, ਕਿਉਂ ਕਰਕੇ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਪੰਜਾਂ ਪਿਆਰਿਆਂ ਨੂੰ ਛਕਾਇਆ ਤੇ ਆਪ ਪੰਜਾਂ ਪਿਆਰਿਆਂ ਦੇ ਕੋਲੋਂ ਛਕਿਆ। ਅੰਮ੍ਰਿਤ ਗੁਰੂ ਕਾ ਹੁਕਮ ਹੈ, ਹੁਕਮ ਦੇ ਵਿੱਚ ਕੋਈ ਅਦੂਲੀ ਨਹੀਂ ਹੈ। ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਅੰਮ੍ਰਿਤ ਛਕ ਕਰਕੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਸੋ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਤੇ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਅਜੇ ਤੱਕ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਮਨ ਬਣਾਓ ਤੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਚੜੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਹੁਣ ਆਪ ਸਰਬੱਤ ਸੰਗਤਾਂ ਦੇ ਸਨਮੁਖ ਪੰਥ ਦੇ ਪ੍ਰਸਿੱਧ ਢਾਡੀ ਵਿਦਵਾਨ ਭਾਈ ਭੁਪਿੰਦਰ ਸਿੰਘ ਜੀ ਪਾਰਸ ਮਣੀ, ਉਹ ਆਪ ਸਰਬੱਤ ਸੰਗਤਾਂ ਨੂੰ ਗੁਰੂ ਕਾ ਜਸ ਸੁਣਾ ਕਰਕੇ ਨਿਹਾਲ ਕਰਨਗੇ। ਕਿਉਂ ਕਰਕੇ ਜੋ ਢਾਡੀ ਹੈ ਭੁਪਿੰਦਰ ਸਿੰਘ ਜੀ ਹੋਣੀ, ਇਹ ਵੀ ਸਾਡੀ ਜਥੇਬੰਦੀ ਦੇ ਹੀ ਹੈ। ਉੱਥੇ ਸੁਰ ਸਿੰਘ ਦੇ ਵਿੱਚ ਬਾਬਾ ਜੀ ਦੇ ਕੋਲੇ ਰਹੇ ਆ, ਬੜਾ ਲੰਮਾ ਸਮਾਂ ਇਹਨਾਂ ਬਾਬਾ ਜੀ ਦੇ ਕੋਲ ਰਹਿ ਕਰਕੇ ਤੇ ਸੇਵਾ ਕੀਤੀ ਹੈ। ਕੀਰਤਨੀ ਸਿੰਘ ਵੀ, ਰਾਗੀ ਸਿੰਘ ਵੀ ਹੈ। ਸੁਰ ਸਿੰਘ ਦੇ ਵਿੱਚ ਬਾਬਾ ਜੀ ਦਾ ਜੋ ਹੈੱਡ ਕੁਆਟਰ ਹੈ, ਮੇਨ ਸਥਾਨ ਹੈ, ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਪੜਾਅ ਹੈ, ਜੋ ਗੁਰਦੁਆਰਾ ਸਾਹਿਬ ਹੈ, ਉੱਥੇ ਇਹਨਾਂ ਦੀ ਡਿਊਟੀ ਲੱਗੀ ਹੋਈ ਸੀ ਕੀਰਤਨ ਕਰਨ ਦੇ ਵਾਸਤੇ। ਬੜੀ ਇਹਨਾਂ ਦੇ ਉੱਤੇ ਕਿਰਪਾ ਹੈ ਕੀਰਤਨ ਦੇ ਸੁਰ ਤਾਲ ਦੇ ਵਾਸਤੇ। ਤੇ ਗਲਾ ਵੀ ਪਰਮੇਸ਼ਰ ਨੇ ਬੜਾ ਸੁੰਦਰ ਬਖਸ਼ਿਆ ਹੋਇਆ ਹੈ। ਕਹਿਬੇ ਕੋ ਸੋਭਾ ਨੇ ਦੇਖਾ ਹੀ ਪ੍ਰਵਾਨ। ਹੁਣ ਇਹ ਢਾਡੀ ਕਲਾ ਵੀ ਬੜੀ ਢੰਗ ਦੇ ਨਾਲ, ਬੜੇ ਤਰੀਕੇ ਦੇ ਨਾਲ ਪ੍ਰਚਾਰ ਕਰਨਾ ਜਾਣਦੇ ਨੇ। ਤੇ ਆਪ ਸਰਬੱਤ ਸੰਗਤਾਂ ਨੂੰ ਗੁਰੂ ਕਾ ਜਸ ਸੁਣਾ ਕਰਕੇ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀਹੋ ਮਨਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਮ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ, ਸੁਨਿਓ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਜੀ। ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ। ਮਾਣਿਆ ਦੇ ਮਾਣ ਨਿਤਾਣਿਆ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਗੁਰੂ तुमरी महिमा भरन ना साको तू ठाकरी ऊंच भगवाना बोलो सतनाम।